Welcome to all of you in this program. ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਹੈ। ਇਹ ਪ੍ਰੋਗਰਾਮ ਬ੍ਰਿਲਸ ਐਕਸਪ੍ਰੈਸ ਨਿਊਜ਼ਪੇਪਰ ਦੁਆਰਾ ਖਾਸ ਤੌਰ ਤੇ ਤਿਆਰ ਕੀਤਾ ਗਿਆ ਹੈ। ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਇੱਕੋ ਇੱਕ ਅਜਿਹਾ ਅਖਬਾਰ ਹੈ ਜਿਸ ਵਿੱਚ ਛਪਦੀ ਹੈ ਹਰੇਕ ਇੰਗਲਿਸ਼ ਦੀ ਖਬਰ ਦੇ ਨਾਲ ਉਸ ਦੀ ਹਿੰਦੀ ਟ੍ਰਾਂਸਲੇਸ਼ਨ। ਇੰਨਾ ਹੀ ਨਹੀਂ, ਸਿਰਫ ਇੰਨਾ ਹੀ ਨਹੀਂ, ਸਗੋਂ डिफिकल्ट वर्ड्स के जो मीनिंग होंदे हन वो भी नाल दिते जांदे हन। तां अज दा जिहड़ा अपना ये प्रोग्राम है ये ब्रिल्स एक्सप्रेस द्वारा खास तौर पे तैयार किया गया है। इस विच लाइव मैं तुहानू पढ़ाऊंगा वो शब्द वो एक्सप्रैशंस जो कि इंग्लिश न्यूज़पेपर्स नू पढ़ना बहुत आसान बना देंदे हन। तां अज दा अपना फील्ड है पहला स्पोर्ट्स। तां अज आपां स्पोर्ट्स पेज दे उपर ਜਿਹੜੇ ਜਿਹੜੇ ਆਮ ਸ਼ਬਦ ਚੱਲਦੇ ਹਨ ਉਹ ਆਪਾਂ ਪੜਨ ਜਾ ਰਹੇ ਹਾਂ। ਤਾਂ ਇੱਕ ਵਾਰ ਆਪਾਂ ਇਹਦੇ ਹੈਡਿੰਗ ਪਾ ਲੈਣੀ, ਦਿਸ ਇਜ਼ ਸਪੋਰਟਸ। ਤਾਂ ਸਪੋਰਟਸ ਪੇਜ ਦੇ ਉੱਪਰ ਜਿਹੜੇ ਜਿਹੜੇ ਵਰਡਸ ਆਮ ਚੱਲਦੇ ਹਨ ਉਹ ਆਪਾਂ ਪੜਨ ਜਾ ਰਹੇ ਹਾਂ। ਇਹ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਇਹੋ ਜਿਹੇ ਵਰਡਸ ਇਹੋ ਜਿਹੇ ਐਕਸਪ੍ਰੈਸ਼ਨਸ ਹੁੰਦੇ ਹਨ ਜੋ ਕਿ ਸਾਨੂੰ ਸਮਝ ਨਹੀਂ ਆਉਂਦੇ। ਆਓ ਆਪਾਂ ਉਹਨਾਂ ਦੇ ਵਿੱਚੋਂ ਕੁਝ ਕਰਨਾ ਸਟਾਰਟ ਕਰੀਏ। ਹੁਣ ਸਾਡਾ ਅੱਜ ਦਾ ਸਭ ਤੋਂ ਪਹਿਲਾ ਸ਼ਬਦ ਹੈ केजर्स। ਅਸੀਂ ਦੇਖਦੇ ਹਾਂ ਕਿ ਨਿਊਜ਼ਪੇਪਰਸ ਦੇ ਵਿੱਚ ਇਹ ਸ਼ਬਦ ਤੁਹਾਨੂੰ ਸਪੋਰਟਸ ਪੇਜ ਦੇ ਉੱਪਰ ਅਕਸਰ ਮਿਲੇਗਾ, ਕੇਜਰਸ। ਹੁਣ ਜਦੋਂ ਵੀ ਇਹ ਸ਼ਬਦ ਆ ਜਾਵੇ ਕੇਜਰਸ ਤੇ ਦਾ ਮੀਨਿੰਗ ਕੀ ਹੁੰਦਾ ਹੈ? ਕੇਜਰਸ ਦਾ ਮਤਲਬ ਹੁੰਦਾ ਹੈ, ਇਹਨੂੰ ਯਾਦ ਰੱਖਣਾ ਹੈ, ਬਾਸਕਟਬਾਲ ਪਲੇਅਰਸ। ਯੈਸ, ਜਿਹੜੇ ਬਾਸਕਟਬਾਲ ਦੇ ਖਿਡਾਰੀ ਹੁੰਦੇ ਨੇ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਅਸੀਂ ਕੇਜਰਸ ਵੀ ਕਹਿੰਦੇ ਹਾਂ। ਤਾਂ ਤੁਸੀਂ ਯਾਦ ਰੱਖਣਾ ਹੈ ਕੇਜਰਸ ਮੀਨਸ ਬਾਸਕਟਬਾਲ ਦੇ ਪਲੇਅਰਸ। ਮੰਨ ਲਓ ਉੱਥੇ ਕਦੇ ਆ ਜਾਵੇ, ਕਦੇ ਹੈਡਿੰਗ ਆ ਜਾਵੇ ਨਿਊਜ਼ਪੇਪਰ ਦੇ ਵਿੱਚ ਕਿ US ਕੇਜਰਸ ਵਨ ਦ ਟਰਾਫੀ, ਤਾਂ ਤੁਸੀਂ ਸਮਝ ਲੈਣਾ ਕੇਜਰਸ ਮੀਨਸ ਬਾਸਕਟਬਾਲ ਦੇ ਪਲੇਅਰਸ। ਸੋ ਸਾਡਾ ਫਰਸਟ ਵਰਡ ਸੀ ਕੇਜਰਸ। ਕੇਜਰਸ ਤੋਂ ਬਾਅਦ ਆਪਾਂ ਵਧਦੇ ਆਪਣੇ ਸੈਕਿੰਡ ਵਰਡ ਵੱਲ। ਸਾਡਾ ਸੈਕਿੰਡ ਵਰਡ ਹੈ ਸਪਾਈਕਰਸ। ਇਹ ਵਰਡ ਨਿਊਜ਼ਪੇਪਰ ਦੇ ਵਿੱਚ ਤੁਹਾਨੂੰ ਅਕਸਰ ਲੱਗਿਆ ਮਿਲੇਗਾ। ਸੋ ਮੈਂ ਚੀਜ਼ ਇਹ ਦੱਸ ਦੇਵਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਉਹ ਵਰਡਸ ਲੈ ਰਹੇ ਹਾਂ ਜਿਹੜੇ ਆਮ ਤੌਰ ਤੇ ਅਖਬਾਰਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਹਨ। ਤੇ ਇਹ ਵੀ ਦੱਸ ਦੇਵਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਪਾਠਕਾਂ ਨੂੰ ਵੀ ਧਿਆਨ 'ਚ ਰੱਖਣਾ ਹੈ ਜਿਨ੍ਹਾਂ ਨੂੰ ਬੇਸਿਕਲੀ ਇੰਗਲਿਸ਼ ਦਾ ਅਖਬਾਰ ਨਹੀਂ ਪੜ੍ਹਨਾ ਆਉਂਦਾ। ਤੇ ਅਗਲਾ ਸਾਡਾ ਆਪਣਾ ਸ਼ਬਦ ਹੈ ਸਪਾਈਕਰਸ। ਹੁਣ ਸਪਾਈਕਰਸ ਕੀ ਹੁੰਦੇ ਨੇ? ਜਦੋਂ ਵੀ ਇਹ ਵਰਡ ਆ ਜਾਵੇ ਸਪਾਈਕਰਸ, ਤਾਂ ਤੁਸੀਂ ਸਮਝ ਲੈਣਾ ਹੈ ਕਿ ਸਪਾਈਕਰਸ ਦਾ ਮਤਲਬ ਹੁੰਦਾ ਹੈ ਵਾਲੀਬਾਲ ਪਲੇਅਰਸ। ਯੈਸ, ਜਿਹੜੇ ਵਾਲੀਬਾਲ ਦੇ ਖਿਡਾਰੀ ਹੁੰਦੇ ਨੇ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਸਪਾਈਕਰਸ ਵੀ ਕਿਹਾ ਜਾਂਦਾ ਹੈ। ਸੋ ਕਦੇ ਵੀ ਨਿਊਜ਼ ਆ ਜਾਵੇ ਇੰਡੀਅਨ ਸਪਾਈਕਰਸ ਜਾਂ ਕੋਈ ਵੀ ਕਿਸੇ ਵੀ ਦੇਸ਼ ਦੇ ਸਪਾਈਕਰਸ ਵਨ ਦ ਟਰਾਫੀ, ਵਨ ਦ ਮੈਚ, ਤਾਂ ਤੁਸੀਂ ਸਮਝ ਲੈਣਾ ਕਿ ਸਪਾਈਕਰਸ ਦਾ ਮੀਨਿੰਗ ਕੀ ਹੁੰਦਾ ਹੈ। ਸਪਾਈਕਰਸ ਮੀਨਸ ਵਾਲੀਬਾਲ players। स्पाइकर्स तो बाद साडा नेक्स्ट शब्द है प्यूजिलिस्ट। PUGILIST। अक्सर ये वर्ड तो न्यूज़पेपर दे विच लगा मिलेगा। You will come across this word often in newspapers। प्यूजिलिस्ट। मान लो थे आ जावे इंडियन प्यूजिलिस्ट won the match या कुछ भी। बहुत सारे स्टूडेंट्स नु लोकां नु कई बार पता नहीं लगता कि प्यूजिलिस्ट की चीज हुंदी है। तां तुसी याद रखना है प्यूजिलिस्ट दा मतलब हुंदा है बॉक्सर्स। यस, बॉक्सर्स। बॉक्सर्स ਨੂੰ ਅਸੀਂ ਅਕਸਰ ਨਿਊਜ਼ਪੇਪਰਸ ਦੇ ਵਿੱਚ ਕੀ ਕਹਿੰਦੇ ਹਾਂ? ਦਿਸ ਇਜ਼, ਅਸੀਂ ਇਹਨੂੰ ਕੀ ਕਹਿੰਦੇ ਹਾਂ? ਪਿਊਜਿਲਿਸਟਸ। ਸੋ ਪਿਊਜਿਲਿਸਟ ਦਾ ਮਤਲਬ ਕੀ ਆ ਗਿਆ? ਬੌਕਸਰਸ। ਨੈਕਸਟ ਸਾਡੇ ਕੋਲੇ ਜਿਹੜਾ ਸ਼ਬਦ ਹੈ ਉਹ ਹੈ ਸ਼ਟਲਰਸ। SHUTTLERS, ਸ਼ਟਲਰਸ। ਸ਼ਟਲਰਸ। ਹੁਣ ਆਪਾਂ ਇਹ ਦੇਖਣੇ ਕਿ ਸ਼ਟਲਰਸ ਕਿਹਨਾਂ ਨੂੰ ਕਿਹਾ ਜਾਂਦਾ ਹੈ। ਆਪਾਂ ਪੜ ਰਹੇ हैं कुछ खास खिडारियों के नाम जो कि खास खेडा नाल रिलेटेड ने। सो कदे भी आ जावे, मान लो आ जावे इंडियन शटलर्स, US शटलर्स, चाइनीज शटलर्स, ता शटलर्स दा मतलब हुंदा है ਆਪਾਂ ਨੇ ਇਹਨੂੰ ਕਦੇ ਨਹੀਂ ਭੁੱਲਣਾ बैडमिंटन प्लेयर्स। यस, ਜਿਹੜੇ बैडमिंटन ਦੇ ਪਲੇਅਰਸ ਹੁੰਦੇ ਨੇ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਕੀ ਕਿਹਾ ਜਾਂਦਾ ਹੈ? ਸ਼ਟਲਰਸ। ਸੋ ਕਦੇ ਵੀ ਇਹ ਤੁਹਾਨੂੰ ਨਿਊਜ਼ਪੇਪਰ ਦੇ ਵਿੱਚ ਦਿਖ ਜਾਵੇ ਸ਼ਟਲਰਸ ਕੀ ਹੁੰਦਾ ਹੈ, तो always bear in mind, हमेशा याद रखना है शटलर्स means बैडमिंटन दे players। So शटलर्स तो बाद हुण आपां चलदे आगे। नेक्स्ट इज साडे कोले नेक्स्ट एक बड़ा इंपॉर्टेंट है
वो है grapplers, GRAPPLERS, very commonly used word in English newspapers ਤੁਹਾਨੂੰ ਅਕਸਰ ਮਿਲੇਗਾ ਉੱਥੇ ਲੱਗਿਆ ਹੋਏਗਾ grapplers। ਤਾਂ याद रखना है grapplers ਦਾ ਮਤਲਬ ਹੁੰਦਾ ਹੈ wrestlers। grapplers ਕਦੇ ਵੀ ਇਹ ਸ਼ਬਦ ਨਿਊਜ਼ਪੇਪਰ ਦੇ ਵਿੱਚ ਆ ਜਾਵੇ ਤਾਂ ਤੁਸੀਂ ਅੰਡਰਸਟੈਂਡ ਕਰਨਾ ਹੈ grapplers means wrestlers ਹੁੰਦੇ ਨੇ। ਅਸਲ ਦੇ ਵਿੱਚ ਇੰਗਲਿਸ਼ ਦੇ ਵਿੱਚ ਇੱਕ ਵਰਡ ਹੁੰਦਾ ਹੈ grapple ਦਾ ਮਤਲਬ ਹੁੰਦਾ ਹੈ ਲੜਾਈ ਕਰਨਾ, ਲੜਨਾ। ਤਾਂ ਉਹ ਤੋਂ ਆਪਣੇ ਕੋਲ ਇੱਕ ਸ਼ਬਦ ਪੈ ਗਿਆ this is grapplers। ਤਾਂ grapplers ਦਾ ਮਤਲਬ ਕੀ ਆ ਗਿਆ wrestlers। very good। ਤਾਂ ਇਹ I hope ਤੁਹਾਨੂੰ ਸਮਝ ਆ ਗਿਆ ਹੋਵੇਗਾ। ਸੋ ਆਪਾਂ ਨੇ ਪੜ੍ਹੇ ਕੁਝ ਖਾਸ ਗੇਮਸ ਨਾਲ ਰਿਲੇਟਡ ਜਿਹੜੇ ਨਾਮ ਨੇ ਖਿਡਾਰੀਆਂ ਦੇ। ਮੈਂ ਇੱਕ ਵਾਰੀ ਫੇਰ ਦੱਸ ਦੇਵਾਂ, ਜਿਵੇਂ ਸਪਾਈਕਰਸ ਪੜਿਆ ਵਾਲੀਬਾਲ ਦੇ ਪਲੇਅਰਸ ਹੁੰਦੇ ਨੇ, ਕੇਜਰਸ ਪੜਿਆ ਆਪਾਂ ਨੇ ਬਾਸਕਟਬਾਲ ਦੇ ਪਲੇਅਰਸ ਹੁੰਦੇ ਨੇ, ਪਿਊਜਲਿਸਟ ਪੜਿਆ ਬਾਕਸਰਸ ਹੁੰਦੇ ਨੇ, ਆਪਾਂ ਨੇ ਸ਼ਟਲਰਸ ਪੜਿਆ ਬੈਡਮਿੰਟਨ ਦੇ ਪਲੇਅਰਸ ਹੁੰਦੇ ਨੇ। ਇਸੇ ਤਰੀਕੇ ਨਾਲ ਆਪਾਂ ਨੇ ਲਾਸਟ ਪੜਿਆ ਸੀ ਗ੍ਰੈਪਲਰਸ। ਤਾਂ ਗ੍ਰੈਪਲਰਸ ਕੌਣ ਸੀਗੇ? wrestlers। these are very important words and you will come across these words often in newspapers। ਹੁਣ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ। ਜਦੋਂ ਤੁਸੀਂ ਸਪੋਰਟਸ ਵਾਲੇ ਪੇਜ ਦੇ ਉੱਪਰ ਪੜ੍ਹ ਰਹੇ ਹੋ ਕੁਝ ਨਾ ਕੁਝ, ਤਾਂ ਉੱਥੇ ਇੱਕ ਵਰਡ ਤੁਹਾਨੂੰ ਅਕਸਰ ਮਿਲੇਗਾ, ਇੱਕ ਨਾਮ ਆਏਗਾ ਪਿੰਗ ਪੋਂਗ। ਕਈ ਵਾਰੀ ਇਹ ਪਤਾ ਨਹੀਂ ਹੁੰਦਾ ਕਿ ਪਿੰਗ ਪੋਂਗ ਕੀ ਚੀਜ਼ ਹੈ। ਸਮਟਾਈਮਸ ਪਤਾ ਨਹੀਂ ਹੁੰਦਾ ਪਿੰਗ ਪੋਂਗ ਕੀ ਚੀਜ਼ ਹੈ। ਮੰਨ ਲਓ ਉੱਥੇ ਲਿਖਿਆ ਜੇ ਕਿ ਪਿੰਗ ਪੋਂਗ ਮੈਚ ਟੁਮਾਰੋ, ਪਿੰਗ ਪੋਂਗ ਦਾ ਮੈਚ ਕੱਲ ਨੂੰ ਹੈ। ਪਹਿਲੀ ਗੱਲ ਤਾਂ ਮੈਂ ਕਲੀਅਰ ਕਰ ਦੇਵਾਂ, ਪਿੰਗ ਪੋਂਗ ਕਿਸੇ ਖਿਡਾਰੀ ਦਾ ਨਾਮ ਨਹੀਂ। It's not the name of any player। One thing to be pretty much clear। ਹੁਣ ਪਿੰਗ ਪੋਂਗ ਕੀ ਚੀਜ਼ ਹੈ? ਪਿੰਗ ਪੋਂਗ याद रखना है अक्सर किया जाता है टेबल टेनिस ਨੂੰ। So ping pong is table tennis। पिंग पोंग किनु किया जाता है? This is table tennis। So याद रखना है पिंग पोंग is table tennis। मान लो कोई ਉੱਥੇ ਲਿਖਿਆ ਗਿਆ he is ping pong champ। ਇਹਦਾ ਮਤਲਬ ਤੁਸੀਂ ਅੰਡਰਸਟੈਂਡ ਕਰਨਾ ਹੈ ਕਿ ਉਹ ਟੇਬਲ ਟੈਨਿਸ ਦਾ ਚੈਂਪੀਅਨ ਹੈ। he is ping pong champ। ਅੱਛਾ, ਇੱਥੇ ਇੱਕ ਚੀਜ਼ ਹੋਰ ਦੱਸ ਦੇਵਾਂ, ਕੁਝ ਕੁ ਸ਼ਾਰਟ ਫਾਰਮਸ ਵੀ ਨਿਊਜ਼ਪੇਪਰਸ ਦੇ ਵਿੱਚ ਆਉਂਦੀਆਂ ਨੇ, ਜਿਵੇਂ ਕਿ ਮੈਂ ਹੁਣੇ ਜ਼ਿਕਰ ਕੀਤਾ ਹੈ ਚੈਂਪ। ਇਹ ਤਾਂ ਤੁਹਾਨੂੰ ਪਤਾ ਹੀ ਹੈ, ਚੈਂਪ ਮੀਨਸ ਕੀ ਹੁੰਦਾ ਹੈ? ਚੈਂਪੀਅਨ। ਇਸੇ ਤਰੀਕੇ ਨਾਲ ਨਿਊਜ਼ਪੇਪਰਸ ਦੇ ਵਿੱਚ ਖਾਸ ਤੌਰ ਤੇ ਸਪੋਰਟਸ ਵਾਲੇ ਪੇਜ ਦੇ ਉੱਪਰ ਤੁਹਾਨੂੰ ਇੱਕ ਆਮ ਤੌਰ ਤੇ ਇੱਕ ਸ਼ਾਰਟ ਫਾਰਮ ਮਿਲੇਗੀ, that's tourney। TOURNEY। ਹੁਣ ਮੰਨ ਲਓ ਉੱਥੇ ਆ ਗਿਆ ਕਿ ਹਾਕੀ ਟੂਰਨੀ ਨੈਕਸਟ ਮੰਥ, ਤਾਂ ਤੁਸੀਂ ਯਾਦ ਰੱਖਣਾ ਹੈ ਜਿਹੜਾ ਇਹ ਵਰਡ ਹੈ ਟੂਰਨੀ, ਟੂਰਨੀ ਦਾ ਮਤਲਬ ਹੁੰਦਾ ਹੈ ਟੂਰਨਾਮੈਂਟ। ਸੋ ਜਿਹਨੂੰ ਆਪਾਂ ਟੂਰਨਾਮੈਂਟ ਕਹਿ ਦਿੰਦੇ ਹਾਂ, ਇੰਗਲਿਸ਼ ਦੇ ਵਿੱਚ ਕਹਿੰਦੇ ਹਾਂ ਟੂਰਨਾਮੈਂਟ। ENT ਕਿਸੇ ਵੀ ਵਰਡ ਦੇ ਪਿੱਛੇ ਆ ਜਾਵੇ, ਆਮ ਤੌਰ ਤੇ ENT, ਉਹਨੂੰ ਐਂਟ ਨਹੀਂ ਕਹਿਣਾ। ਡੋਂਟ ਸੇ ਐਂਟ, this is ant। it is not tournament। ਪੰਜਾਬੀ ਹਿੰਦੀ ਚ ਹੁੰਦਾ ਹੈ ਟੂਰਨਾਮੈਂਟ, ਇੰਗਲਿਸ਼ ਦੇ ਵਿੱਚ ਹੈ ਟੂਰਨਾਮੈਂਟ। ਸੋ ਟੂਰਨੀ ਦੀ ਸ਼ਾਰਟ ਫਾਰਮ ਕੀ ਆ ਗਈ ਆਪਣੇ ਕੋਲੇ? ਯੈਸ, ਟੂਰਨੀ। ਟੂਰਨਾਮੈਂਟ ਦੀ ਸ਼ਾਰਟ ਫਾਰਮ ਟੂਰਨੀ। ਆਓ ਆਪਾਂ ਹੁਣ ਅੱਗੇ ਵਧੀਏ। ਇਸ ਤੋਂ ਬਾਅਦ ਅੱਗੇ ਆਪਾਂ ਚੱਲਣ ਜਾ ਰਹੇ ਹਾਂ। ਕੁਝ ਕੁ ਹੋਰ ਆਪਾਂ ਵਰਡਸ ਪੜ੍ਹਦੇ ਹਾਂ ਜੋ ਕਿ ਸਪੋਰਟਸ ਪੇਜ ਦੇ ਉੱਪਰ ਅਕਸਰ ਸਾਨੂੰ ਦੇਖਣ ਨੂੰ ਮਿਲਦੇ ਨੇ। ਉਹਦੇ ਵਿੱਚ ਆਪਣਾ ਅਗਲਾ ਸ਼ਬਦ ਹੈ ਅੰਕਲ ਸੈਮ। ਮੈਂ ਤੁਹਾਨੂੰ ਫਿਰ ਦੱਸ ਦੇਵਾਂ ਕਿ ਇਹ ਪ੍ਰੋਗਰਾਮ ਬ੍ਰਿਲਸ ਐਕਸਪ੍ਰੈਸ ਨਿਊਜ਼ਪੇਪਰ ਦੁਆਰਾ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਇਹ ਦੁਨੀਆ ਦਾ ਇੱਕੋ ਇੱਕ ਨਿਊਜ਼ਪੇਪਰ ਹੈ ਜਿਸ ਵਿੱਚ ਹਰ ਇੱਕ ਖਬਰ ਦੇ ਨਾਲ ਛਪਦੀ ਹੈ ਉਸ ਦੀ ਹਿੰਦੀ ਟ੍ਰਾਂਸਲੇਸ਼ਨ ਅਤੇ ਸਿਰਫ ਟ੍ਰਾਂਸਲੇਸ਼ਨ ਹੀ ਨਹੀਂ, ਸਗੋਂ ਡਿਫਿਕਲਟ ਵਰਡਸ ਦੇ ਮੀਨਿੰਗ ਵੀ ਉਹਦੇ ਨਾਲ ਪਬਲਿਸ਼ ਕੀਤੇ ਜਾਂਦੇ ਹਨ, ਛਾਪੇ ਜਾਂਦੇ ਹਨ। ਤਾਂ ਸਾਡਾ ਅਗਲਾ ਸ਼ਬਦ ਹੈ ਅੰਕਲ ਸੈਮ। ਤੁਹਾਨੂੰ ਨਿਊਜ਼ਪੇਪਰਸ ਦੇ ਵਿੱਚ ਬਹੁਤ ਮਿਲੇਗਾ। ਹੁਣ ਉੱਥੇ ਮੰਨ ਲਓ ਆ ਗਿਆ, ਪਹਿਲਾਂ ਮੈਂ ਚਲੋ ਦੱਸ ਦੇਣਾ ਅੰਕਲ ਸੈਮ ਕੀ ਚੀਜ਼ ਹੈ। ਜਦੋਂ ਵੀ ਅੰਕਲ ਸੈਮ ਦਾ ਜ਼ਿਕਰ ਆ ਜਾਵੇ ਤਾਂ ਤੁਸੀਂ ਸਮਝ ਲੈਣਾ ਅੰਕਲ ਸੈਮ ਦਾ ਮਤਲਬ ਹੁੰਦਾ ਹੈ US ਦਾ ਰਹਿਣ ਵਾਲਾ। ਅਸੀਂ ਆਮ ਪੰਜਾਬੀ ਚ ਕਹਿ ਦਿੰਦੇ ਹਾਂ ਅਮਰੀਕਾ ਦਾ ਰਹਿਣ ਵਾਲਾ। ਜਿਹੜਾ ਅਮਰੀਕਾ ਦਾ ਰਹਿਣ ਵਾਲਾ ਹੁੰਦਾ ਉਹਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਹਾਂ ਅਸੀਂ ਅੰਕਲ ਸੈਮ। ਅੰਕਲ ਸੈਮ ਮੀਨਸ ਅਮਰੀਕਾ ਦਾ ਰਹਿਣ ਵਾਲਾ। ਉਸ ਤੋਂ ਬਾਅਦ ਅੰਕਲ ਸੈਮ ਨੋਟ ਕਰ ਲੈਣਾ, ਅੰਕਲ ਸੈਮ ਮੀਨਸ ਅਮਰੀਕਾ ਮੀਨਸ US ਦਾ ਰਹਿਣ ਵਾਲਾ। ਉਸ ਤੋਂ ਬਾਅਦ ਸਾਡੇ ਕੋਲੇ ਅਗਲਾ ਸ਼ਬਦ ਹੈ ਜੌਨ ਬੁਲ। This is again very important, extremely important। ਹੁਣ ਇਹ ਚੀਜ਼ ਜਦੋਂ ਨਿਊਜ਼ਪੇਪਰਸ ਦੇ ਵਿੱਚ ਆਉਂਦੀ ਹੈ ਤਾਂ ਸਾਨੂੰ ਅਕਸਰ ਸਮਝ ਨਹੀਂ ਆਉਂਦੀ
क्योंकि मान लो उत्थे लिखा जे अंकल सैम डिफीटेड जॉन बुल, की लिखा जे अंकल सैम डिफीटेड जॉन बुल। हुन सानू समझ नहीं आया कि अंकल सैम, ये तो चलो मैं तुहानू दस दिता, अंकल सैम हुंदा अमेरिका दा रहने वाला, अंकल सैम ने जॉन बुल नू हराता। हुन सानू समझ ही नहीं आया जॉन बुल कौन है। तुसी याद रखना है जॉन बुल अक्सर इंग्लैंड दे रहने वाले लिए कहा जाता है। जॉन बुल अक्सर इंग्लैंड, जिन्हों असीं पंजाबी हिंदी दे विच इंग्लैंड बोलते हैं, ओदे रहने वाले लिए जिहड़ा शब्द यूज किया जाता है इंग्लिश दे विच अक्सर कहा जाता है जॉन बुल। सो याद रखना है अंकल सैम फॉर अमेरिका मीन्स यूएस एंड जॉन बुल इज फॉर इंग्लैंड। पंजाबी हिंदी च असीं इंग्लैंड कह दिंदे हां। उस तो बाद स्पोर्ट्स पेज के ऊपर कुछ वर्ड्स होर एक दो शब्द मैं देखा आउंदे हुंदे ने सानू, पर फिर भी मैनूं दस देना है कैंगरूज, जिन्हों असीं पंजाबी हिंदी दे विच कंगारू कह दिंदे हैं। जे उत्थे ए वर्ड आ गया कैंगरूज ने कीवीज नूं हराता, आई थिंक बहुत सारे ने चीज चलो समझ आ जाती है। कुछ चीज़ां मैं होर भी दसो इहदे नाल रिलेटेड। कैंगरूज मीन्स ऑस्ट्रेलिया ने, ऑस्ट्रेलिया दे रहने वाले लोकां नूं असीं की कहने हुंदे हैं, कैंगरूज कहने हुंदे हैं असीं। इहदे नाल मैं एक नीचे वर्ड लिखिया कीवीज, कीवीज मीन्स न्यूजीलैंड दे रहने वाले। आई थिंक दिस इज प्रीटी मच क्लियर, ये तो पता ही है। लेकिन एक चीज मैं होर सोनू नवी दसना चाहना वो यह है कि न्यूज़पेपर दे विच कई बार ये शब्द आ जाता है ओजेड, ऑज, तो उत्थे मान लो लिखा हुआ ऑज डिफीटेड कीवीज, चलो ऑज डिफीटेड कीवीज। तो बहुत बारी सानू पता नहीं लगता कि ऑज का मतलब की हो गया, कीवीज का मतलब तो सानू क्लियर है न्यूजीलैंड के रहने वाले, लेकिन ऑज का मतलब भी होंगे, याद रखना है ऑस्ट्रेलिया। यस ऑस्ट्रेलिया, ऑस्ट्रेलिया ऑस्ट्रेलिया के रहने वाले ऑज ही बनता है शब्द ऑज। जो भी न्यूज़पेपर च वर्ड आ जाए तो तुसी समझ लेना है कि दिस इज अबाउट ऑस्ट्रेलिया। सो इसका हेडलाइन का मीनिंग बन गया कि ऑज ने कीवीज को हराता। इट मींस इसका मतलब ये हो गया कि ऑस्ट्रेलिया ने न्यूजीलैंड को हरा दिता, न्यूजीलैंड वाले को हरा दिता। इस तो बाद आप आगे बढ़ते हैं। नेक्स्ट इज, इस तो बाद साडे कोल होर एक इंपॉर्टेंट है जो आजकल साडे न्यूज़पेपर दे विच बहुत आंदा है, प्रोटियस। मान लो साडे कोल एक न्यूज़ आ गई, उत्थे लिखा हुआ है प्रोटियस डिफीटेड, डिफीटेड चलो कीवीज लिख लेते। हुन जदों ये न्यूज़ असी इंग्लिश न्यूज़पेपर दे विच पढ़दे हैं तो बहुत सारे नूं ये समझ नहीं आउंदी, उन्होंने पता नहीं लगता कि असी की इहदा प्रोटियस का मतलब की है। तो याद रखना है प्रोटियस जिहड़ा शब्द है अक्सर ये शब्द यूज किया जाता है साउथ अफ्रीकन्स दे लई। यस जिहड़े साउथ अफ्रीका दे ने, साउथ अफ्रीका दे लई असी किहड़ा शब्द यूज करते हैं, प्रोटियस शब्द यूज करते हैं। नोट डाउन कर लो। तो एक बारी मैं तुहानू फिर दस दिंदा हां कि अंकल सैम जिहड़ा शब्द है अंकल सैम सी अमेरिका दे रहने वाले लिए, जॉन बुल जिहड़ा जॉन बुल सी इंग्लैंड दे रहने वाले लिए, कैंगरूज फॉर ऑस्ट्रेलिया। लेकिन ऑस्ट्रेलिया लिए अपन एक शब्द और पढ़िया ओजेड, ऑज, जो कि अक्सर लिखा होंदा है। उस तो बाद अपन कीवीज पढ़िया ते प्रोटियस का मतलब की होंदा है साउथ अफ्रीकन्स। साउथ अफ्रीकन्स नु ਅਸੀਂ अक्सर कह दिंदे हां प्रोटियस। लेकिन इत्थे चीज मैं होर दस देवां, दिस इज अगेन इंपॉर्टेंट। कई बार शब्द ਤੁਹਾਨੂੰ अक्सर मिलेगा डच, तो वैसे डच कौन होता है, जो हॉलैंड का रहने वाला होवे उन्होंने अक्सर किया जाता है डच। सो हॉलैंड के रहने वाले ਨੂੰ ਆਪਾਂ ਕੀ ਕਹਿੰਦੇ ਹਾਂ, दिस इज डच। सो डच मीन्स हॉलैंड का रहने वाला, जो हॉलैंड की कोई भी चीज ਨੂੰ ਆਪਾਂ इंग्लिश ਦੇ ਵਿੱਚ ਕਹਿ ਦਿੰਦੇ ਹਾਂ डच। सो याद रखना है डच इज रिलेटेड टू हॉलैंड। ओके फाइन। सो ਆਪਾਂ स्पोर्ट्स ਨਾਲ रिलेटेड वोकैबुलरी पढ़ रहे हैं। मैं फिर दस देवां ये जिहड़ा प्रोग्राम है ये लाइव तुहाडे नाल मैं हो रहा हां ते ब्रिल्स एक्सप्रेस वाला खास तौर पे ये तुहाडे तक पहुंचाया जा रहा है। ते एक अजिहा न्यूज़पेपर है दुनिया दा जिस विच इंग्लिश की हर खबर की ट्रांसलेशन हिंदी दे विच नाल दी नाल कीती जांदी है ते ये अज काफी स्टेट्स दे विच मकबूल अखबार बन चुके हैं। ते सिर्फ ट्रांसलेशन नहीं सगों डिफिकल्ट वर्ड्स दे मीनिंग्स भी लिखे जाते हैं। तो जेडे स्टूडेंट्स जेडे लोग इंग्लिश का न्यूज़पेपर पढ़ना सीखना चाहते हैं तो ब्रिल्स एक्सप्रेस पढ़ के वो बहुत आसानी नाल इंग्लिश का न्यूज़पेपर पढ़ना सीख सकते हैं। तो हुण आपां वधदे हां आगे। आपने हुण तक पढ़िया कि कुछ खिडारियां नूं कुछ खास नाम दिते जाते हैं, जिवें कि आपां कहा सी स्पाइकर्स
ਜਿਹੜਾ ਸਪਾਈਕਰਸ ਸ਼ਬਦ ਹੈ ਉਹ ਵਾਲੀਬਾਲ ਦੇ ਖਿਡਾਰੀਆਂ ਲਈ ਯੂਜ਼ ਕੀਤਾ ਗਿਆ ਸੀ। ਕੇਜਰਸ ਜਿਹੜਾ ਸ਼ਬਦ ਸੀ ਉਹ ਬਾਸਕਟਬਾਲ ਦੇ ਖਿਡਾਰੀਆਂ ਲਈ ਯੂਜ਼ ਕੀਤਾ ਗਿਆ ਸੀ। ਸ਼ਟਲਰਸ ਜੇ ਵਰਡ ਆ ਜਾਵੇ ਸ਼ਟਲਰਸ ਮੈਂ ਲਿਖਵਾਈ ਸੀ, ਸ਼ਟਲਰਸ ਹੁੰਦੇ ਨੇ ਬੈਡਮਿੰਟਨ ਦੇ ਖਿਡਾਰੀ। ਤੇ ਉਸ ਤੋਂ ਬਾਅਦ ਆਪਾਂ ਨੇ ਪੜਿਆ ਸੀ ਗ੍ਰੈਪਲਰਸ ਰੈਸਲਰਸ ਹੁੰਦੇ ਨੇ, ਤੇ ਜਿਹੜੇ ਪਿਊਜਲਿਸਟ ਹੁੰਦੇ ਨੇ ਪਿਊਜਲਿਸਟ ਮੈਂ ਲਿਖਵਾ ਚੁੱਕਿਆ, ਪਿਊਜਲਿਸਟ ਹੁੰਦੇ ਨੇ ਆਪਣੇ ਕੋਲੇ ਬਾਕਸਰਸ। ਤਾਂ ਹੁਣ ਆਪਾਂ ਵਧਦੇ ਹਾਂ ਇਸ ਤੋਂ ਅੱਗੇ। ਤਾਂ ਸਪੋਰਟਸ ਪੇਜ ਦੇ ਉੱਪਰ ਜਿਹੜੇ ਆਮ ਸ਼ਬਦ ਦੇਖਣ ਨੂੰ ਮਿਲਦੇ ਹਨ ਆਪਾਂ ਪੜ ਰਹੇ ਹਾਂ, ਤੇ ਉਹ ਸ਼ਬਦ ਨੇ ਜਿਹੜੇ ਕਈ ਵਾਰ ਸਾਨੂੰ ਨਹੀਂ ਸਮਝ ਆਉਂਦੇ। Sometimes we are not able to understand those words. ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਜਿੱਤਣ ਦੀ ਇੰਗਲਿਸ਼। ਜਿੱਤਣ ਦੀ ਇੰਗਲਿਸ਼ ਹਰ ਇੱਕ ਨੂੰ ਪਤਾ ਹੈ ਕਿ ਜਿੱਤਣ ਦੇ ਲਈ ਇੰਗਲਿਸ਼ ਹੁੰਦੀ ਹੈ ਵਿਨ, ਲੇਕਿਨ ਮੇਰਾ ਟਾਰਗੇਟ ਇਹ ਨਹੀਂ, ਮੈਂ ਨਹੀਂ ਦੱਸਣਾ ਚਾਹੁੰਦਾ, ਇਹ ਤਾਂ ਸਭ ਨੂੰ ਪਤਾ ਹੈ ਵਿਨ ਮੀਨਸ ਜਿੱਤਣਾ। ਲੇਕਿਨ ਜਦੋਂ ਤੁਸੀਂ ਨਿਊਜ਼ਪੇਪਰਸ ਪੜ੍ਹਦੇ ਹੋ ਉੱਥੇ ਵਿਨ ਤੋਂ ਬਿਨਾਂ ਵੀ ਬਹੁਤ ਕੁਝ ਹੁੰਦਾ ਹੈ। ਤਾਂ ਨਿਊਜ਼ਪੇਪਰ ਦੇ ਵਿੱਚ ਹੁਣ ਆਪਾਂ ਪੜ੍ਹ ਰਹੇ ਹਾਂ ਕਿ ਜਿੱਤਣ ਦੀ ਜਿਹੜੀ ਇੰਗਲਿਸ਼ ਹੈ, ਜਿੱਤਣ ਦੇ ਲਈ ਕਿਹੜੇ ਕਿਹੜੇ ਹੋਰ ਐਕਸਪ੍ਰੈਸ਼ਨਸ ਯੂਜ਼ ਕੀਤੇ ਜਾਂਦੇ ਨੇ, ਮੈਂ ਉਹਨਾਂ ਦੇ ਉੱਪਰ ਚਾਨਣਾ ਪਾਉਣ ਜਾ ਰਿਹਾ। ਉਹਦੇ ਵਿੱਚੋਂ ਫਰਸਟ ਐਕਸਪ੍ਰੈਸ਼ਨ ਮੈਂ ਦੱਸਣ ਜਾ ਰਿਹਾ ਦੈਟਸ ਕੈਰੀ ਦ ਡੇ। ਯੈਸ, ਹੁਣ ਜਦੋਂ ਐਕਸਪ੍ਰੈਸ਼ਨ ਨਿਊਜ਼ਪੇਪਰ ਦੇ ਵਿੱਚ ਆ ਜਾਂਦਾ ਹੈ ਤਾਂ ਬਹੁਤ ਸਾਰਿਆਂ ਨੂੰ ਪਤਾ ਨਹੀਂ ਹੁੰਦਾ ਕਿ ਕੈਰੀ ਦ ਡੇ ਦਾ ਮੀਨਿੰਗ ਕੀ ਹੈ। ਤਾਂ ਤੁਸੀਂ ਯਾਦ ਰੱਖਣਾ ਹੈ ਕੈਰੀ ਦ ਡੇ ਦਾ ਮਤਲਬ ਹੁੰਦਾ ਹੈ ਜਿੱਤ ਜਾਣਾ। ਮੈਂ ਤੁਹਾਨੂੰ ਇੱਕ 10 ਵੀ ਦਿੰਦਾ ਹਾਂ। ਫॉर एग्जांपल एक सेंटेंस में लिख देता है इंडिया कैरीड द डे। इंडिया कैरीड द डे। हुणे न्यूज़पेपर दे विच ये हेडलाइन आ जावे तो बहुत सारे स्टूडेंट्स ਨੂੰ ਨਹੀਂ ਸਮਝ ਆਉਂਦਾ ਕਿ ਕੀ ਮਤਲਬ ਇੰਡੀਆ ਨੇ डे कैरी कर लिया। तो ਤੁਸੀਂ याद रखना है, you have to bear in mind कि कैरी द डे मतलब ਹੁੰਦਾ है, कैरी द डे ਦਾ ਮਤਲਬ ਕੀ ਹੁੰਦਾ ਹੈ, ਜਿੱਤ ਜਾਣਾ ਹੁੰਦਾ ਹੈ। it means to win। ਸੋ ਆਓ ਆਪਾਂ ਹੋਰ ਐਕਸਪ੍ਰੈਸ਼ਨ ਪੜ੍ਹੀਏ ਜਿਹੜਾ ਕਿ ਜਿੱਤਣ ਦੇ ਲਈ ਯੂਜ਼ ਕੀਤੇ ਜਾਂਦੇ ਹਨ। ਤਾਂ ਸਾਡਾ ਸੈਕਿੰਡ ਐਕਸਪ੍ਰੈਸ਼ਨ ਹੈ, ਆਓ ਆਪਾਂ ਲਿਖੀਏ, ਮੈਂ ਕਾਮਨ ਐਕਸਪ੍ਰੈਸ਼ਨ ਲਿਖ ਲਿਆ ਤੇ ਉਹ ਹੈ come off with flying colors। ਸੋ ਇੱਕ ਐਕਸਪ੍ਰੈਸ਼ਨ ਹੈ come off with flying colors। come off with flying colors ਜਦੋਂ ਵੀ ਇਹ ਐਕਸਪ੍ਰੈਸ਼ਨ ਨਿਊਜ਼ਪੇਪਰ ਦੇ ਵਿੱਚ ਆ ਜਾਵੇ ਤਾਂ ਤੁਸੀਂ ਅੰਡਰਸਟੈਂਡ ਕਰਨਾ ਹੈ, ਸਮਝਣਾ ਹੈ ਕਿ ਇਸ ਦਾ ਮਤਲਬ ਹੁੰਦਾ ਹੈ ਜਿੱਤ ਜਾਣਾ। ਯੈਸ, ਇਹਨੂੰ ਨੋਟ ਕਰ ਲਓ ਪਲੀਜ਼। ਕਮ ਆਫ ਵਿਦ ਫਲਾਈਂਗ ਕਲਰਸ ਦਾ ਮਤਲਬ ਹੁੰਦਾ ਹੈ ਜਿੱਤ ਜਾਣਾ। ਮੰਨ ਲਓ ਆਪਾਂ ਕਹਿਣਾ ਹੋਵੇ ਕਿ ਇੰਡੀਆ ਜਿੱਤ ਗਿਆ ਹੈ ਜਾਂ ਇੰਡੀਅਨ ਟੀਮ ਜਿੱਤ ਗਈ ਹੈ, ਤਾਂ ਨਿਊਜ਼ਪੇਪਰ ਦੇ ਵਿੱਚ ਕਈ ਵਾਰੀ ਲਿਖ ਦਿੰਦੇ ਨੇ ਇੰਡੀਅਨ ਟੀਮ ਹੈਜ਼ ਕਮ ਆਫ ਵਿਦ ਫਲਾਈਂਗ ਕਲਰਸ। ਇੰਡੀਅਨ ਟੀਮ ਹੈਜ਼ ਕਮ ਆਫ ਵਿਦ ਫਲਾਈਂਗ ਕਲਰਸ। ਯੈਸ, ਸੋ ਆਪਾਂ ਨੇ ਫਿਲਹਾਲ ਜਿੱਤਣ ਦੇ ਲਈ ਦੋ ਐਕਸਪ੍ਰੈਸ਼ਨਸ ਪੜ੍ਹੇ, ਇੱਕ ਤਾਂ ਕੈਰੀ ਦ ਡੇ ਤੇ ਨੈਕਸਟ ਕਿਹੜਾ ਪੜ੍ਹਿਆ ਆਪਾਂ ਨੇ come off with the flying colors, which means ਵੀ ਕੀ ਹੁੰਦਾ ਆਪਣੇ ਕੋਲੇ ਜਿੱਤ ਜਾਣਾ। ਇਸ ਤੋਂ ਬਾਅਦ ਮੈਂ ਇੱਕ ਸੌਖਾ ਜਿਹਾ ਇੱਕ ਹੋਰ ਵਰਡ ਲਿਖਦਾ ਹਾਂ, ਲੇਕਿਨ ਕਈ ਵਾਰੀ ਉਹਦਾ ਪ੍ਰੋਨੰਸੀਏਸ਼ਨ ਲੋਕ ਗਲਤ ਬੋਲਦੇ ਹਨ, ਉਹ ਹੈ TRIUMPH। ਬਹੁਤ ਸਾਰੇ ਕਈ ਵਾਰੀ ਟ੍ਰਿੰਫ ਬੋਲ ਦਿੰਦੇ ਹਨ। ਐਕਚੁਅਲੀ ਇਹ ਵੀ ਵਰਡ ਨਿਊਜ਼ਪੇਪਰ ਦੇ ਵਿੱਚ ਬਹੁਤ ਆਉਂਦਾ ਹੈ। this is triumph। triumph ਮੈਨੇ ਜਿੱਤ ਵੀ ਹੁੰਦਾ ਹੈ ਤੇ ਜਿੱਤਣਾ ਵੀ ਹੁੰਦਾ ਹੈ। triumph means ਜਿੱਤਣਾ। ਮੰਨ ਲਓ ਆਪਾਂ ਕਹਿਣਾ ਵੇ इंडिया जीत गई है, इंडियन टीम जीत गई है, तो आप कहेंगे इंडियन टीम हैज ट्रायम्फ्ड। फिर सुनो, इंडियन टीम हैज ट्रायम्फ्ड। सो प्लीज नोट डाउन दिस वर्ड। ट्रायम्फ ਦਾ ਮਤਲਬ ਹੀ ਹੁੰਦਾ ਹੈ ਜਿੱਤ ਜਾਣਾ। ਸੋ ਇਸੇ ਹੀ ਲੜੀ ਦੇ ਵਿੱਚ ਆਪਾਂ ਅੱਗੇ ਵਧ ਰਹੇ ਹਾਂ। ਜਿੱਤਣ ਦੇ ਲਈ ਆਪਾਂ ਨੇ ਐਕਸਪ੍ਰੈਸ਼ਨ ਪੜਿਆ, ਇੱਕ ਤਾਂ ਐਕਸਪ੍ਰੈਸ਼ਨ ਪੜਿਆ ਸੀ ਆਪਾਂ ਨੇ ਕੈਰੀ ਦ ਡੇ, ਕਮ ਆਫ ਵਿਦ ਫਲਾਈਂਗ ਕਲਰਸ ਤੇ ਟ੍ਰਾਇੰਫ। ਹੁਣ ਮੈਂ ਇੱਕ ਚੀਜ਼ ਹੋਰ ਦੱਸਦਾ ਤੁਹਾਨੂੰ ਜੋ ਕਿ ਭੁਲੇਖਾ ਪਾਉਂਦੀ ਹੈ ਕਈ ਵਾਰੀ। ਨਿਊਜ਼ਪੇਪਰ ਦੇ ਵਿੱਚ ਇੱਕ ਵਰਡ ਮਿਲੇਗਾ ਤੁਹਾਨੂੰ ਬੈਗ। ਦੇਖੋ, ਇੱਕ ਤਾਂ ਬੈਗ ਦਾ ਮਤਲਬ ਹੁੰਦਾ ਹੈ ਪੰਜਾਬੀ ਹਿੰਦੀ ਚ ਅਸੀਂ ਆਮ ਤੌਰ ਤੇ ਪੰਜਾਬੀ ਚ ਬਸਤਾ ਕਹਿ ਦਿੰਦੇ ਹਾਂ, ਝੋਲਾ ਕਹਿ ਦਿੰਦੇ ਹਾਂ। ਬੈਗ ਮੀਨਸ ਬਸਤਾ। ਲੇਕਿਨ ਤੁਸੀਂ ਯਾਦ ਰੱਖਣਾ ਹੈ ਬੈਗ ਦਾ ਮਤਲਬ ਜਿੱਤਣਾ ਵੀ ਹੁੰਦਾ ਹੈ। ਯੈਸ, ਬੈਗ ਮੀਨਸ ਜਿੱਤਣਾ ਵੀ ਹੁੰਦਾ ਹੈ। ਮੰਨ ਲਓ ਆਪਾਂ ਕਹਿਣਾ ਹੋਵੇ ਸੌਰੀ ਇੰਡੀਅਨ ਟੀਮ ਨੇ ਟਰਾਫੀ ਜਿੱਤ ਲਈ ਹੈ, ਇਹ ਕਹਿਣ ਦੀ ਬਜਾਏ ਇੰਡੀਅਨ ਟੀਮ ਹੈਜ਼ ਵਨ ਦ ਟਰਾਫੀ, ਵਿਨ ਦੀ ਥਰਡ ਫਾਰਮ ਵਨ। ਤੁਸੀਂ ਯਾਦ ਰੱਖਣਾ ਹੈ ਬੈਗ ਦਾ ਮੀਨਿੰਗ ਜਿੱਤਣਾ ਵੀ ਹੁੰਦਾ ਹੈ। ਆਪਾਂ ਕਹਿ ਸਕਦੇ ਹਾਂ ਇੰਡੀਅਨ ਟੀਮ ਨੇ ਟਰਾਫੀ ਜਿੱਤ ਲਈ ਹੈ, ਇਹ ਕਹਿਣ ਦੀ ਬਜਾਏ ਇੰਡੀਆ ਜਾਂ ਇੰਡੀਅਨ ਟੀਮ ਹੈਜ਼ ਵਨ ਦ ਟਰਾਫੀ ਤੁਸੀਂ ਕਹਿ ਸਕਦੇ ਹੋ ਇੰਡੀਅਨ ਟੀਮ ਹੈਜ਼ ਬੈਗਡ ਦ ਟਰਾਫੀ। ਇੰਡੀਅਨ ਟੀਮ ਹੈਜ਼ ਬੈਗਡ ਦ ਟਰਾਫੀ ਦਾ ਮਤਲਬ ਕੀ ਬਣ ਗਿਆ ਕਿ ਭਾਰਤੀ ਟੀਮ ਨੇ ਟਰਾਫੀ ਜਿੱਤ ਲਈ ਹੈ। ਯੈਸ, ਆਲਵੇਜ਼ ਕੀਪ ਇਨ ਮਾਈਂਡ, ਭੁੱਲਣਾ ਨਹੀਂ। ਜੇ ਵਰਡ ਨਿਊਜ਼ਪੇਪਰ ਚ ਆ ਜਾਵੇ ਬੈਗ, ਬੈਗ ਦਾ ਮਤਲਬ ਹੁੰਦਾ ਹੈ ਜਿੱਤਣਾ ਹੁੰਦਾ ਹੈ। ਸੋ ਇੰਡੀਅਨ ਟੀਮ ਹੈਜ਼ ਬੈਗਡ ਦ ਟਰਾਫੀ। ਇਸ ਤੋਂ ਬਾਅਦ ਆਪਾਂ ਅੱਗੇ ਹੋਰ ਚੱਲਦੇ ਹਾਂ। ਸੋ
कुछ होर वर्ड्स जिहड़े कि जितन दे लई अक्सर अखबारां चाहुंदे हन ਉਹਦੇ ਵਿੱਚੋਂ मैं एक एक्सप्रैशन लिखदा हां तुसी ਇਹ ਵੀ देखोगे बहुत ज्यादा अपने को आउंदा है नॉट अप द विक्ट्री विक्ट्री ਨੂੰ हासिल कर लेना सो जिथे भी एक्सप्रैशन आ जावे नॉट या नॉट अप द विक्ट्री विक्ट्री मैंने जित हुंदा है तो तुसी समझ लेना है कि नॉट अप द विक्ट्री का मतलब हुंदा है जितना जित प्राप्त करना मान लो उत्थे लिखा है कि इंडिया हैज नॉट अप द विक्ट्री तो तुसी अंडरस्टैंड करना है भारत ने जित प्राप्त कर ली है सो ये नहीं हुंदा कि प्राप्त करन जा ये इंग्लिश ਅਸੀਂ गेट यूज करते हो तो हुंदा ही हुंदा इंडियन टीम हैज गॉट द विक्ट्री तो हुंदा ही हुंदा लेकिन नॉट शब्द भी अक्सर लगता है विक्ट्री जगह सो इंडिया या इंडियन टीम हैज नॉट स्टॉप द विक्ट्री मींस भारतीय टीम जीत गई है ओके फाइन सो हुण ਆਪਾਂ ਚੱਲਦੇ ਹਾਂ ਅੱਗੇ ਇਸ ਤੋਂ ਬਾਅਦ ਇੱਕ ਹੋਰ ਐਕਸਪ੍ਰੈਸ਼ਨ ਮੈਂ ਤੁਹਾਨੂੰ ਦੱਸਦਾ ਹਾਂ जो कि अक्सर स्पोर्ट्स पेज से आउंदा है मैं जितन दी ही लड़ी विच अगे वध रहा हां ਤੁਹਾਨੂੰ एक एक्सप्रेशन बहुत मिलेगा टॉप स्लॉट हुण कई स्टूडेंट सोच रहे हैं टॉप का मीनिंग तो सानू समझ आ गया लेकिन स्लॉट की चीज है तुसी याद रखना है टॉप स्लॉट का मतलब हुंदा है टॉप पोजीशन टॉप स्लॉट का मतलब हुंदा है टॉप पोजीशन सो मैं सेंटेंस विच इहनू यूज करके दिखाना है मान लो आपां कहना वे भारत ने पहला स्थान हासिल कर लिया है ए कहने की बजाय इंडिया हैज गॉट द फर्स्ट पोजीशन इंडिया हैज गॉट द फर्स्ट पोजीशन कहने की बजाय तुसी कह सकते हो इंडिया हैज बैग द टॉप स्लॉट चलो बैग या नॉट कोई भी वर्ड यूज कर सकते हो इंडिया हैज बैग द टॉप स्लॉट सो ਜਦੋਂ ਵੀ ਇਹ ਸਾਨੂੰ ਇੰਗਲਿਸ਼ ਦੇ ਵਿੱਚ ਕਿਸੇ ਅਖਬਾਰ ਦੇ ਵਿੱਚ ਜਾਂ ਕਿਸੇ ਵੀ ਥਾਂ ਤੇ ਮਿਲ ਜਾਵੇ ਕਿ ਕੋਈ ਵੀ बैग द टॉप स्लॉट ਦਾ ਇਹਦਾ ਮਤਲਬ ਹੁੰਦਾ ਹੈ पहला स्थान प्राप्त करना यस बैग द टॉप स्लॉट मींस पहला स्थान प्राप्त करना सो टॉप स्लॉट मींस टॉप पोजीशन तो ਆਪਾਂ ਜਿੱਤਣ ਦੇ ਲਈ ਸਾਰੇ वर्ड्स पढ़ रहे हैं एक्सप्रेशंस पढ़ रहे हैं सो काफी लोग अपने ਨਾਲ जुड़ रहे ने ਤੇ लेकिन मैं दस देवां कि ਜਿੱਤਣ ਦੇ ਲਈ ਅਸੀਂ कैरी द डे यूज ਕੀਤਾ कम ऑफ विद फ्लाइंग कलर्स यूज ਕੀਤਾ इस तो बाद ट्रायम्फ यूज ਕੀਤਾ बैग मैंने समझा कि बैग मींस कला बस नहीं हुंदा बैग मींस जितना भी हुंदा है जिवें बैग द ट्रॉफी बैग द फर्स्ट पोजीशन बैग द टॉप स्लॉट फिर आपने सीखिया नॉट अप फिर आपने वो सीखिया हुण आपां चलदे आगे अगली चीज की है ध्यान नाल सुनना है नेक्स्ट वन न्यूज़पेपर दे विच एक एक्सप्रेशन तुहानू अक्सर मिलेगा इन अ रो वैसे तो रो दा मीनिंग हुंदा है लाइन सारे नू पता है इन रो का मतलब हुंदा है लगातार किसी भी लड़ी दे विच लगातार मान लो सुन लो बस मान लो आपा कहना वे इंडिया वन द ट्रॉफी या इंडिया बैग द ट्रॉफी 3 टाइम्स इन अ रो मैं फिर बोलता है इंडिया बैग द ट्रॉफी 3 टाइम्स इन अ रो या थ्राइस इन अ रो तो जिथे भी लग्या जे इन अ रो तो तुसी समझ लेना इन अ रो का मतलब हुंदा है लगातार भारत ने लगातार तीजी बारी बिना गैप तो लगातार तीजी वाली ट्रॉफी जीत ली सो याद रखना है कि अपने को जो शब्द है इनो रो का मतलब की हुंदा है इनो रो मींस लगातार लेकिन एक चीज मैं सुनो होर दस देवां वो अगले लेक्चर्स दे विच भी मैं जिक्र करूंगा कि इंग्लिश दे विच जो रो शब्द है एदा मतलब झगड़ा भी हुंदा है यस रो मैंने हैरानी की गल हो सकती है तुहाडे लई रो मींस एक लाइन हुंदी आपां कहने रो दे विच खड़ो लेकिन रो का मतलब झगड़ा डिस्प्यूट भी हुंदा है मान लो आपा कहना वे दोनों दे विच रो हो गया रो मींस झगड़ा ਇਹਦਾ ਜ਼ਿਕਰ ਆਪਾਂ ਆਉਣ ਵਾਲੇ ਲੈਕਚਰਸ ਦੇ ਵਿੱਚ ਵੀ ਕਰਾਂਗੇ ਤੇ ਤੁਸੀਂ ਯਾਦ ਰੱਖਣਾ ਹੈ रो ਦਾ मीनिंग झगड़ा है उस तो बाद मैं ਤੁਹਾਨੂੰ कुछ ਇਹੋ ਜਿਹੇ वर्ड्स ਦੱਸਣ ਜਾ ਰਹੇ ਹਾਂ ਧਿਆਨ ਨਾਲ ਸੁਣਨਾ ਹੈ ਜਿਵੇਂ ਆਪਾਂ ਜਿੱਤਣ ਦੀ ਇੰਗਲਿਸ਼ ਲਿਖੀ ਜਿੱਤਣ ਤੋਂ ਬਾਅਦ ਹੁਣ ਆਪਾਂ ਕਰਨ ਜਾ ਰਹੇ ਹਾਂ ਹਰਾਉਣ ਦੀ ਇੰਗਲਿਸ਼ ਤਾਂ ਹਰਾਉਣ ਦੀ ਇੰਗਲਿਸ਼ ਸਾਨੂੰ ਸਾਰਿਆਂ ਨੂੰ ਪਤਾ ਹੈ ਡਿਫੀਟ ਹੁੰਦੀ ਹੈ ਡਿਫੀਟ ਮੈਨੇ ਹਰਾਉਣਾ ਹੁੰਦਾ ਹੈ ਸਭ ਨੂੰ ਪਤਾ ਹੈ ਮੰਨ ਲਓ ਆਪਾਂ ਕਹਿਣਾ ਹੋਵੇ ਕਿ ਅਮਰੀਕਾ ਨੇ ਆਸਟ੍ਰੇਲੀਆ ਵਾਲੇ ਨੂੰ ਹਰਾਤਾ ਤਾਂ ਅਕਸਰ ਨਿਊਜ਼ਪੇਪਰਸ ਦੇ ਵਿੱਚ ਕੀ ਲਿਖਿਆ ਹੁੰਦਾ ਹੈ ਅੰਕਲ ਸੈਮਸ ਮੈਂ ਹੁਣੇ ਜ਼ਿਕਰ ਕੀਤਾ ਸੀ ਅੰਕਲ ਸੈਮਸ ਕੌਣ ਹੁੰਦੇ ਨੇ ਅਮਰੀਕਾ ਦੇ ਰਹਿਣ ਵਾਲੇ ਯੂਐਸਏ ਰਹਿਣ ਵਾਲੇ ਇਨਫੈਕਟ ਪੰਜਾਬੀ ਚ ਆਪਾਂ ਅਮਰੀਕਾ ਬੋਲ ਦਿੰਦੇ ਆ ਦੇਖੋ ਮੇਰਾ ਟਾਰਗੇਟ ਡਿਫੀਟ ਵਰਡ ਨਹੀਂ ਹੈ ਤੁਸੀਂ ਇਹ ਨਹੀਂ ਸੋਚਣਾ ਨਾ ਵੀ ਡਿਫੀਟ ਦੱਸਣ ਲਈ ਮੈਂ ਤੁਹਾਨੂੰ ਦੱਸ ਰਿਹਾ ਮੇਰਾ ਟਾਰਗੇਟ ਅੱਗੇ ਹੈ अंकल सैम्स डिफीटेड कैंगरूज क्योंकि डिफीट वर्ड हर एक को समझ आ जाता है
हुण मैं तुहानूं कुछ इहो ਜਿਹੇ वर्ड्स दसदा ਜਿਹੜੇ अक्सर न्यूज़पेपर ਦੇ ਵਿੱਚ ਆਉਂਦੇ ਨੇ ਤੇ ਉਹ ਸਾਨੂੰ ਕਈ ਵਾਰ ਸਮਝ ਨਹੀਂ ਆਉਂਦੇ ਤੇ ਆਪਾਂ ਉਹਨਾਂ ਨੂੰ ਸਿੱਖਣ ਜਾ ਰਹੇ ਹਾਂ। ओके लेट्स लर्न दोस वर्ड्स। इन्हें मैं रब करन जा रहे हैं। देखो हुण हराउंड इंग्लिश तो सीख ली आपां ने। मैं तुहानूं इत्थे दस्सण जा रहा हुण बुरी तरह हराउंड इंग्लिश। मान लो आपां कहना होवे इंडिया ने पाकिस्तान नूं बुरी तरह हराता, इंडिया ने पाकिस्तान नूं बुरी तरह हराता, तो आम तौर ते सानूं कहना हुंदा डिफीट हैवीली, बहुत बुरी तरह हराना। लेकिन बुरी तरह हराउण दे लई एक शब्द हुंदा है थ्रैश, THRASH। यस तुसीं इहनूं नोट करो, थ्रैश वर्ड, थ्रैश, थ्रैश का मतलब बुरी तरह हराना। पहला एक एग्जांपल ले लिया आपां, मान लो आपां कहना भी इंडिया ने पाकिस्तान नूं बुरी तरह हरा दिता, तो आपां कहांगे इंडिया thrashed पाकिस्तान। इंडिया thrashed पाकिस्तान का मतलब की बन गया, इंडिया ने पाकिस्तान नूं बुरी तरह हरा दिता। एंड वन थिंग मोर इंपॉर्टेंट, एक चीज और सुनो, थ्रैश का मतलब जरूरी नहीं बुरी तरह हराना हुंदा है, ਇਹਦਾ मतलब बुरी तरह कुटना भी हुंदा है। मान लो आपां कहना वे he thrashed the reporter, कई बार खबर आउंदियां ने, it means उन्हें किसी रिपोर्टर नु बुरी तरह कुटिया। सो याद रखना है थ्रैश का मतलब बुरी तरह कुटना भी आ गया ते थ्रैश का मतलब बुरी तरह हराना भी आ गया। सो बुरी तरह हराउण दे लई एक तां आपां ने वर्ड पढ़िया थ्रैश, बुरी तरह हराउणा। मैं फिर दस रहा बुरी तरह हराउणा। दूसरा वर्ड जिहड़ा अक्सर आउंदा है अखबारां दे विच बुरी तरह हराउण दे लई। सो बुरी तरह हराउण दे लई अपने कोले जिहड़ा शब्द आउंदा है न्यूज़पेपर्स दे विच ओ है, अगला वर्ड है थंप, THUMP। हुण मान लो किसी न्यूज़ दे विच हेडिंग बन के आ गया, मान लो आपां एक वैसे हेडिंग बना रहे हैं कि प्रोटियास थंप्ड कैंगरूज। ये मैं दस चुके हैं, पहली गल मैं दस चुके हैं प्रोटियास कौन सीगे, साउथ अफ्रीकन्स। जेडे साउथ अफ्रीकन्स ने, साउथ अफ्रीका दे ने, उन्हां नूं असीं प्रोटियास बोलदे हैं। तां जे थंप वर्ड तुहानूं कदे दिख जावे इंग्लिश दे विच तां तुसीं याद रखना है थंप दा मीनिंग हुंदा है बुरी तरह हराना, टू डिफीट समबडी सीवियरली। तो याद रखना है बुरी तरह हराउण दे लई आपां ने एक तां वर्ड पढ़िया थ्रैश, उस तो बाद पढ़िया आपां ने थंप। हुण आपां अगे एक होर पढ़दे हां वर्ड बुरी तरह हराउण दे लई जिहड़ा नेक्स्ट वर्ड है थंप तो बाद साडा अगला वर्ड है जो कि न्यूज़पेपर्स दे विच बहुत आउंदा है, राउट। तुसीं भुलेखा नहीं खाना, एक ROUTE हुंदा है, ਉਹਦੇ ਪਿੱਛੇ ਹੀ ਪੈਂਦੀ ਹੈ ਔਰ ਰੂਟ ਹੁੰਦਾ ਹੈ। ਜਿਵੇਂ ਆਪਾਂ ਕਹਿੰਦੇ ਵੇਖੋ ਚੰਡੀਗੜ੍ਹ ਦਾ ਰੂਟ, ਦਿੱਲੀ ਦਾ ਰੂਟ, ਦੈਟਸ ਰੂਟ, ਬਟ ਦਿਸ ਇਜ਼ ਨਾਟ ਰੂਟ, ਦਿਸ ਇਜ਼ ਰਾਊਟ, ਦਿਸ ਇਜ਼ ਰਾਊਟ ਹੁੰਦਾ ਹੈ। ਹੁਣ ਰਾਊਟ ਕੀ ਚੀਜ਼ ਹੁੰਦੀ ਹੈ, ਇਹਦਾ ਮਤਲਬ ਵੀ ਹੁੰਦਾ ਹੈ बुरी तरह हरा देना किसी को, बुरी तरह हराउण दी इंग्लिश की आ गई राउट। आओ आप एक एग्जांपल लिए, मान लो आप कहना वे अंकल सैम्स राउटेड कीवीज। तो ये मैं फिर दस रहे हैं कि मैं दस चुके हैं वर्ड। अंकल सैम्स कौन होंगे ने, अमेरिकन्स, अमेरिका वाले ने कीवीज नू मतलब न्यूजीलैंड दे रहने वाले नू बुरी तरह हरा दिता। तो अज आपां ने तीन वर्ड्स होर सीखे बुरी तरह हराउण दे लई। नहीं तो मैं देखा आमतौर पे डिफीट वर्ड आउंदा हुंदा है ते तुसीं किहड़े-किहड़े वर्ड सीखे, थ्रैश मींस बुरी तरह हराउणा। फिर आपां ने वर्ड सीखा थंप मींस हुंदा बुरी तरह हराउणा। ते नेक्स्ट किहड़ा वर्ड आ गया, दिस इज राउट दा मतलब भी हुंदा अपने कोले बुरी तरह हराउणा। एक चीज मैं तुहानूं होर दस देना जो कि न्यूज़पेपर्स नूं मिलेगी इंग्लिश दे विच, इंग्लिश न्यूज़पेपर्स दे विच तुहानूं एक अक्सर एक्सप्रेशन मिलेगा थंपिंग विक्ट्री। मान लो उत्थे लिखिया जे कि इंडिया गॉट अ थंपिंग विक्ट्री, तां तुसीं याद रखना है थंपिंग विक्ट्री का मतलब हुंदा है बहुत वड्डी जित। तो थंपिंग विक्ट्री का मतलब की हुंदा, दिस इज बहुत वड्डी या बहुत भारी जित। सो बहुत वड्डी या बहुत भारी जित दे लई किहड़ा एक्सप्रेशन आ गया, अक्सर आमतौर पर सानू क्या होता है, आमतौर पर देखो आमतौर पर क्या है, ह्यूज विक्ट्री, बिग विक्ट्री, वो तो ठीक है। लेकिन न्यूज़पेपर में जो ये वर्ड आ जाए, एक्सप्रेशन आ जाए, तो यू शुड अंडरस्टैंड, सुनो समझना चाहिए कि चीज ਇਹਦਾ मतलब है बहुत वड्डी या बहुत भारी जित। लेकिन एक एक्सप्रेशन में होर दस देवां जो कि जरूरी नहीं स्पोर्ट्स पेज से आवे, किते भी आ सकदा है, लैंडस्लाइड विक्ट्री। अगेन दिस इज एक्सट्रीमली इंपॉर्टेंट, इमेंसली इंपॉर्टेंट एक्सप्रेशन, लैंडस्लाइड विक्ट्री।
यस लैंडस्लाइड विक्ट्री का मतलब होता है बहुत भारी जित या बहुत वड्डी जित। ਇਹਦਾ मतलब ਹੁੰਦਾ है बहुत वड्डी जित या बहुत भारी जित। जरूरी नहीं स्पोर्ट्स से किते भी आ सकता है। मान लो आप कहना वे द पार्टी गॉट अ लैंडस्लाइड विक्ट्री इन इलेक्शंस, ਇਹਦਾ मतलब पार्टी ਨੂੰ इलेक्शंस ਦੇ ਵਿੱਚ ਚੋਣਾਂ ਦੇ ਵਿੱਚ बहुत वड्डी या बहुत भारी जित हासिल हुई। सो इस तो बाद ਆਪਾਂ ਵਧਦੇ ਹਾਂ ਹੁਣ ਅੱਗੇ। ਆਪਾਂ स्पोर्ट्स ਨਾਲ रिलेटेड ਉਹ वर्ड्स पढ़ रहे हैं ਜਿਹੜੇ ਕਿ ਸਾਡੇ ਲਈ प्रॉब्लम्स क्रिएट ਕਰਦੇ ਨੇ, ਅਕਸਰ ਸਾਨੂੰ ਸਮਝ ਨਹੀਂ ਆਉਂਦੇ। ਤਾਂ ਉਹਦੇ ਵਿੱਚੋਂ ਨੈਕਸਟ ਵਰਡ ਜਿਹੜਾ ਮੈਂ ਲੈਣ ਜਾ ਰਿਹਾ ਤੁਹਾਨੂੰ ਅਕਸਰ ਮਿਲੇਗਾ स्पोर्ट्स पेज ਦੇ ਉੱਤੇ, ਉਹ ਹੈ ਫਲੰਕ। ਜੇ ਇਹ ਵਰਡ ਤੁਹਾਨੂੰ ਮਿਲ ਗਿਆ ਤਾਂ ਤੁਸੀਂ ਕੀ ਸਮਝੋਗੇ? ਬਹੁਤ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਕਿ ਫਲੰਕ ਦਾ मीनिंग ਕੀ ਹੈ। आई डोंट नो द मीनिंग ऑफ फ्लंक, लेकिन मैं दसदा फ्लंक का मतलब होता है फेल हो जाना। यस फेल हो जाने की इंग्लिश की आ गई फ्लंक होती है। मान लो आप कहना हो ही flunked the डोप टेस्ट। देखो आपको पता है एक डोप टेस्ट होता है, किसी प्लेयर ने नशा तो नहीं किया, खेडन तो पहले अपना स्टैमिना बढ़ाने लई, परफॉर्मेंस वधिया करने लई वो एक टेस्ट होता है। वो चेक करते हैं भी कि इन्हें किसी प्रकार का कोई नशा वगैरह तो नहीं किया, कोई स्टैमिना बूस्टर ड्रग तो नहीं लेता। चलो वो एक अलग चीज है। जे कदे लिखा हुए ही फ्लंक्ड द डोप टेस्ट तो तुसी अंडरस्टैंड करना है कि फ्लंक द डोप टेस्ट का मतलब किया गया और डोप टेस्ट दे विच फेल हो गया, मतलब उन्होंने दोषी पाया गया किसी न किसी प्रकार का। सो आपा ने याद रखना है फ्लंक का मीनिंग होता है फेल हो जाना। फ्लंक मीन्स फेल हो जाना। अगला वर्ड देखो जो स्पोर्ट्स पेज के उत्ते ਤੁਹਾਨੂੰ अक्सर मिलेगा ते ਉਹ ਹੈਗਾ ਆਪਣੇ ਕੋਲੇ FIASCO fiasco। Now again this is extremely important word fiasco। ਹੁਣ ਮੰਨ ਲਓ ਕਦੇ ਆ ਜਾਵੇ fiasco in Russia, fiasco in Moscow, ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ fiasco ਦਾ मीनिंग ਕੀ ਹੈ। I tell you fiasco ਦਾ मतलब ਹੁੰਦਾ ਹੈ जबरदस्त हार। यस बड़ी जबरदस्त ਜਿਹੜੀ ਹਾਰ ਹੁੰਦੀ ਹੈ, ਇਹਨੂੰ ਨੋਟ ਕਰ ਲੈਣਾ। जबरदस्त हार ਨੂੰ ਇੰਗਲਿਸ਼ ਦੇ ਵਿੱਚ ਕੀ ਕਿਹਾ ਜਾਂਦਾ ਹੈ? fiasco। ਮੰਨ ਲਓ ਆਪਾਂ ਕਹਿਣਾ ਵੇ the team faced fiasco, ਇਹਦਾ मतलब ਟੀਮ ਜਾਂ ਆਪਾਂ ਕਹਿ ਸਕਦੇ ਟੀਮ ਨੂੰ ਜ਼ਬਰਦਸਤ ਹਾਰ ਮਿਲੀ, ਉਹਨੇ ਜ਼ਬਰਦਸਤ ਹਾਰ ਦਾ ਸਾਹਮਣਾ ਕੀਤਾ। ਸੋ ਜਦੋਂ ਵੀ ਇਹ ਵਰਡ ਆ ਜਾਵੇ fiasco ਤਾਂ ਪਲੀਜ਼ ਯਾਦ ਰੱਖਣਾ ਤੁਸੀਂ ਸਾਰਿਆਂ ਨੇ, ਇਹਦਾ मतलब ਕੀ ਹੁੰਦਾ ਹੈ? fiasco ਵਰਡ ਦਾ मीनिंग ਕੀ ਹੁੰਦਾ ਹੈ? ਜ਼ਬਰਦਸਤ ਹਾਰ। ਜ਼ਬਰਦਸਤ ਹਾਰ इज fiasco। अच्छा एक चीज और दस ਇਹਦੇ ਨਾਲ ਰਿਲੇਟਡ ਇੱਕ ਵਰਡ ਹੋਰ ਹੁੰਦਾ ਹੈ DEBACLE। ਇਹਦਾ ਜਿਹੜਾ ਪ੍ਰੋਨੰਸੀਏਸ਼ਨ ਹੈ ਉਹ ਅਕਸਰ ਕਿਹਾ ਜਾਂਦਾ ਹੈ डिबाकल। मैं फिर बोलदा हां डिबाकल। कदे भी ये वर्ड ਤੁਹਾਨੂੰ न्यूज़पेपर ਚ ਦਿਖ ਜਾਵੇ, whenever you come across this word in the newspaper ਤਾਂ you should understand one thing, ਕਿ डिबाकल ਦਾ मतलब ਹੁੰਦਾ ਹੈ ਉਹੀ ਹੁੰਦਾ ਜਿਹੜਾ ਮੈਂ ਦੱਸਿਆ ਜ਼ਬਰਦਸਤ ਹਾਰ, बहुत ਭੈੜੀ ਹਾਰ ਨੂੰ ਅਕਸਰ ਦੋ ਵਰਡਸ ਨਾਲ ਨਿਊਜ਼ਪੇਪਰਸ ਦੇ ਵਿੱਚ ਕਿਹਾ ਜਾਂਦਾ ਹੈ। ਉਹਨਾਂ ਦੇ ਵਿੱਚੋਂ ਫਸਟ ਕਿਹੜਾ ਆ ਗਿਆ ਆਪਣੇ ਕੋਲੇ? fiasco ਤੇ ਨੈਕਸਟ ਕਿਹੜਾ ਆ ਗਿਆ? this is debacle। ਸੋ debacle ਤੇ fiasco ਤੋਂ ਬਾਅਦ ਹੁਣ ਆਪਾਂ ਅੱਗੇ ਵਧਦੇ ਹਾਂ। ਨੈਕਸਟ ਵਰਡ ਦੇਖੋ, ਹੁਣ ਆਪਾਂ ਸਿੱਖਣ ਜਾ ਰਹੇ ਹਾਂ ਉਹ ਵਰਡਸ ਜਿਹੜੇ ਕਰੜੇ ਮੁਕਾਬਲੇ ਲਈ ਯੂਜ਼ ਕੀਤੇ ਜਾਂਦੇ ਨੇ। ਮੰਨ ਲਓ ਆਪਾਂ ਕਹਿੰਦਾ ਵੀ ਮੁਕਾਬਲਾ ਬੜਾ ਜ਼ਬਰਦਸਤ ਸੀਗਾ ਦੋਨਾਂ ਟੀਮਾਂ ਦੇ ਵਿੱਚ, ਕਿਸੇ ਵੀ ਟੀਮ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਮੁਕਾਬਲਾ ਬਹੁਤ ਸੀ। ਮੈਂ ਦੇਖਿਆ ਸਾਨੂੰ ਟਫ ਕੰਪੀਟੀਸ਼ਨ ਵਰਡ ਤਾਂ ਹਰ ਇੱਕ ਨੂੰ ਆਉਂਦਾ ਹੁੰਦਾ ਹੈ। ਆਪਾਂ ਆਮ ਕਹਿੰਦੇ ਆ ਕਿ ਟਫ ਕੰਪੀਟੀਸ਼ਨ ਹੈ, ਇੱਕ ਟਫ ਕੰਪੀਟੀਸ਼ਨ एवरीवन नोस। ਪਰ ਮੈਂ ਤੁਹਾਨੂੰ ਇਹ ਦੱਸਣ ਚਾਹ ਰਿਹਾ ਕਿ ਟਫ ਕੰਪੀਟੀਸ਼ਨ ਦੀ ਥਾਂ ਤੇ ਨਿਊਜ਼ਪੇਪਰਸ ਦੇ ਵਿੱਚ ਹੋਰ ਕਿਹੜੇ ਐਕਸਪ੍ਰੈਸ਼ਨਸ ਚੱਲਦੇ ਹਨ ਤੇ ਤੁਸੀਂ ਇਹਨਾਂ ਨੂੰ ਸਿੱਖਣਾ ਹੈ। ਟਫ ਕੰਪੀਟੀਸ਼ਨ ਦੀ ਬਜਾਏ ਨੰਬਰ 1 ਜਿਹੜਾ न्यूज़पेपर्स ਦੇ ਵਿੱਚ एक्सप्रेशन ਚੱਲਦਾ ਹੈ ਉਹ ਮੈਂ ਲਿਖਣ ਜਾ ਰਿਹਾ ਹਾਂ स्टिफ कंपटीशन। वैसे स्टिफ ਦਾ मतलब हार्ड ਹੁੰਦਾ ਹੈ, याद रखना है स्टिफ मैंने हार्ड ਹੁੰਦਾ है। मान लो ਆਪਾਂ ਕਹਿੰਦਾ ਵੀ डेड बॉडी वाज अ स्टिफ, ਜਿਹੜੀ ਲਾਰਜ ਸੀ ਉਹ ਹਾਰਡ ਸੀ। ਚਲੋ ਇੱਥੇ ਆਪਾਂ ਕੰਪੀਟੀਸ਼ਨ ਦੀ ਗੱਲ ਕਰ ਰਹੇ ਹਾਂ ਤਾਂ ਜਿਹੜਾ ਔਖਾ ਮੁਕਾਬਲਾ ਕੜਾ ਮੁਕਾਬਲਾ ਹੁੰਦਾ ਹੈ, ਜੇ ਕਦੇ ਵੀ ਇਹ ਵਰਡ ਤੁਹਾਨੂੰ ਮਿਲ ਜਾਵੇ स्टिफ कंपटीशन ਤਾਂ ਇਹਦਾ मतलब ਹੁੰਦਾ ਹੈ टफ कंपटीशन। स्टिफ कंपटीशन तो बाद में नेक्स्ट जेड़ा वर्ड लैन जा रहे हैं वो है फियर्स कंपटीशन। फियर्स का मतलब होता है जबरदस्त, भीषण। सो ਜਦੋਂ ਵੀ ਇਹ ਲਿਖਿਆ ਆ ਜਾਏ ਕਦੇ ਵੀ ਫਿयर्स कंपटीशन ਸੀਗਾ ਦੋਨਾਂ ਟੀਮਾਂ ਦੇ ਵਿੱਚ ਤਾਂ ਤੁਸੀਂ ਅੰਡਰਸਟੈਂਡ ਕਰਨਾ ਹੈ ਕਿ ਫਿयर्स कंपटीशन ਦਾ ਮਤਲਬ ਕੀ ਹੁੰਦਾ ਹੈ? ਜ਼ਬਰਦਸਤ ਕੰਪੀਟੀਸ਼ਨ, ਬਹੁਤ ਜ਼ਿਆਦਾ ਔਖਾ ਕੰਪੀਟੀਸ਼ਨ। ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ। ਥਰਡ ਹੈ ਸਾਡੇ ਕੋਲੇ ਨੈਕ ਐਂਡ ਨੈਕ ਕੰਪੀਟੀਸ਼ਨ।
इत्थे एक चीज मैं होर देखी है, बहुत सारे स्टूडेंट्स, बहुत सारे लोग की कई बारी, सारे नहीं कई बारी नेक एंड नेक कंपटीशन जो कि सही एक्सप्रेशन है, इनू यूज पता की करते हैं, इनू कहेंगे नेक टू नेक कंपटीशन, व्हिच इज एब्सोल्युटली रॉन्ग, जो कि बिल्कुल गलत है। तुसी कदे भी नहीं कहना नेक टू नेक कंपटीशन, प्लीज नेवर से नेक टू नेक कंपटीशन। सही की होता है नेक एंड नेक कंपटीशन, बहुत इक्वली कंटेस्टेड कंपटीशन, मतलब बड़ा जबरदस्त कंपटीशन हो रहा है। सो इस तो बाद मैं आगे लिख देने टफ कंपटीशन के बजाय जेडे मैं वर्ड्स लिख रहे हैं, आई एम गोना रब दिस, चलो इन्हें रब करते। फिर आप लिख रहे हैं नेक्स्ट इज निप एंड टक कंपटीशन। कदे भी एक एक्सप्रेशन ਤੁਹਾਨੂੰ मिल गया, कदे न्यूज़पेपर ਦੇ ਵਿੱਚ ਲੱਗਿਆ ਤਾਂ ਤੁਸੀਂ ਸਮਝ ਲੈਣਾ ਕਿ ਇਹਦਾ मतलब भी ਹੁੰਦਾ है टफ कंपटीशन। तो ਆਪਾਂ ਨੇ टफ कंपटीशन ਦੇ ਲਈ चार मेन एक्सप्रेशंस पढ़े। सो ਆਪਾਂ ਕਿਹੜੇ पढ़े? स्टिफ कंपटीशन, सेकंड पढ़े आपने फियर्स कंपटीशन, स्टिफ कंपटीशन, फियर्स कंपटीशन, ते उस तो बाद आपने पढ़िया नेक एंड नेक कंपटीशन, ते फिर आपने पढ़िया निप एंड टक कंपटीशन, ते हुन मैं लास्ट के ऊपर एक दा जिक्र करन जा रहे हैं, अगेन दैट्स इमेंसली इंपॉर्टेंट, ते ओ हुंदा है कट थ्रोट कंपटीशन, जिन्हों के कई बार असि पंजाबी दे विच कहते हैं गल घोटू मुकाबला, बड़ा जबरदस्त कंपटीशन। सो इन्होंने नोट कर लेना, जदों भी ये वर्ड्स न्यूज़पेपर विच आ जान तां तुसी याद रखना इहदा मतलब की हुंदा है बहुत औखा मुकाबला। स्टिफ कंपटीशन, फियर्स कंपटीशन, नेक एंड नेक कंपटीशन, निप एंड टक कंपटीशन, ते लास्ट किहड़ा गया कट थ्रोट कंपटीशन। सो प्लीज डू नॉट फॉरगेट these words, these expressions, these are immensely important। इन्हां तो बिना सानू प्रॉब्लम्स आ सकदियां ने अखबार पढ़न दे विच इंग्लिश दा। इत्थे एक चीज मैं फिर दस देवां कि ये जेड़ा अपना प्रोग्राम है ये आप लाइव कर रहे हैं, ये ब्रिल्स एक्सप्रेस न्यूज़पेपर द्वारा आप कर रहे हैं। ब्रिल्स एक्सप्रेस न्यूज़पेपर दुनिया का इको एक न्यूज़पेपर है जिस विच छपदी है हर एक इंग्लिश खबर दे नाल उसदी हिंदी ट्रांसलेशन, सिर्फ इना ही नहीं उसदे नाल छपदे हन ओदे औखे शब्दां दे डिफिकल्ट वर्ड्स दे नाल मीनिंग छपदे हन। ते जेड़े बच्चे कंपैटिटिव एग्जाम्स की तैयारी कर रहे हैं तां उन्हां दे लई ये बहुत ही यूजफुल हैगा। तो जो इंग्लिश का न्यूज़पेपर पढ़ना सीखना चाहते हैं उन्हां लई बहुत ही, इनफैक्ट दिस इज अ बोन फॉर दोज पीपल हु वांट टू रीड एन इंग्लिश न्यूज़पेपर। ता इस तो बाद ये दसन तो बाद हम आगे चल रहे हैं। आपने पढ़िया टफ कंपटीशन के केड़े-केड़े वर्ड्स आए, उस तो बाद इंग्लिश दे विच एक मैं तुहानू दसदा एक एक्सप्रेशन तुहानू कई बार अक्सर मिलेगा, आर्क राइवल्स। आर्क राइवल्स की हुंदे ने, मान लो आप कहना भी कल मैच है, जस्ट मैं वैसे कह रहे हैं कल मैच है दो आर्क राइवल्स दे विचकार। हुन आर्क राइवल्स की हुंदे ने जिन्हों पंजाबी दे विच असीं कह सकदे हां कट्टड़ वैरी, कट्टड़ दुश्मन। याद रखना है कट्टड़ वैरी एक दूजे दे कट्टड़ विरोधी कह लो तुसीं। जेड़े जिवें आपां कहना भी इंडिया ते पाकिस्तान दा मैच होना है, आपां कहना भी कल वैसे कह मैं कल मैच नहीं हैगा, कल इंडिया ते पाकिस्तान दा मैच है, तो आपां कहांगे देयर इज अ मैच बिटवीन इंडिया एंड पाकिस्तान। कौन इंडिया एंड पाकिस्तान? द टू आर्क राइवल्स। तो आर्क राइवल्स कौन आ गए? एक दूजे दे कट्टड़ विरोधी आ गए, उन्होंने आप कहने होने आर्क राइवल्स। ओके, इस तो बाद हुन मैं अगला जेड़ा एक्सप्रेशन दसन जा रहा है उन्होंने भी आपने सीखना है, और तुसी हेडिंग पा लेना है लॉक हॉर्न्स। सानू न्यूज़पेपर्स दे विच बहुत मिलेगा ते कई बार सानू समझ नहीं आउंदा कि ना मीनिंग की निकलिया है लॉक हॉर्न्स का। हॉर्न्स तो सिंह आ गए, लॉक मैंने लॉक करना, एंड समटाइम्स समझ नहीं आता। मैं समझाना की चीज है, मान लो अपने को एक न्यूज आ गई कि इंडिया एंड पाकिस्तान, जो हेडिंग बनती होंदी ने उत्थे कई बार हेल्पिंग वर्ब्स की थां ते सीधा आप लिख देने टू इंडिया एंड पाकिस्तान टू लॉक हॉर्न्स, इंडिया एंड पाकिस्तान टू लॉक हॉर्न्स इन फाइनल। मान लो हेडिंग आ गई इंडिया एंड पाकिस्तान टू लॉक हॉर्न्स इन फाइनल। तो सानू कई बार समझ नहीं आता भी गल की बनी। तुसी याद रख लो इहदा मतलब इतना ही बन गया कि इंडिया ते पाकिस्तान फाइनल विच सिंह फसाउणगे। सिंह फसाउणगे दा मतलब लड़नगे भिड़नगे, जिवें आपां आम पंजाबी दे विच बोलदे ने कि हुण फाइनल दे विच इंडिया ते पाकिस्तान भिड़नगे। तो जिन्हों असीं भिड़ना कहने एक दूजे नाल भिड़ना, उहनूं इंग्लिश दे विच अक्सर कहा जाता है लॉक हॉर्न्स। इवन अज भी एक न्यूज़पेपर दे विच हेडिंग बन के आया है, जमा सेम नहीं, मतलब उहदे विच एक्सप्रेशन बन के आया है लॉक हॉर्न्स, भिड़ना। सिंह फसाना मीन्स भिड़ना, मीन्स
एक दूजे दे नाल कंपटीशन दे विच सामने आना। सो लॉक हॉर्न्स तो बाद हुण आपां चल रहे हैं अगे। इस तो बाद सुनो नेक्स्ट मैं तुहानूं दस्सण जा रहा अगली चीज। हुण तुसीं न्यूज़पेपर्स दे विच स्पोर्ट्स पेज ते कई बार ये भी एक्सप्रेशन देखोगे, ब्रिंग लॉरल्स टू, ब्रिंग लॉरल्स टू। उत्थे कई बार लिखा होंदा है, लेट्स सपोज मैं एक एग्जांपल लिख के दिखाना है, चंडीगढ़ लैड, चंडीगढ़ लैड ब्रॉट लॉरल्स टू, ब्रॉट लॉरल्स टू इंडिया। हुण ये हेडलाइन कई बार सानू समझ नहीं आउंदी। पहली गल तो इहदे विच एक वर्ड आ गया चंडीगढ़ लैड। आ एक्सप्लेन टू यू, सुनो, लैड दा मतलब बॉय मुंडा होंदा है। पहली गल तो याद रखो, लैड मींस लड़का। इहदा मतलब ये हो गया चंडीगढ़ के लड़के ने ब्रिंग लॉरल्स टू दा मतलब मैं समझा देना। ब्रिंग लॉरल्स टू दा मतलब हुंदा है नाम रोशन करना। आसान शब्दां च, इन सिंपल वर्ड्स आई कैन से नाम रोशन करना। जिवें आपां शाइन दा नेम कहने हैं, ब्राइटन दा नेम कहने हैं, ग्लिटर दा नेम कहने हैं, इल्यूमिनेट दा नेम कहने हैं, बहुत ने। लेकिन नाम रोशन करन दी जेहड़ी इंग्लिश है वो अक्सर न्यूज़पेपर्स दे विच केड़ी होंदी, दिस इज ब्रिंग लॉरल्स टू। ब्रिंग लॉरल्स टू मींस नाम रोशन करना। तो ਇਹਦਾ मतलब की बन गया, चंडीगढ़ के लड़के ने भारत का नाम रोशन करता। चंडीगढ़ के लड़के ने भारत का नाम रोशन कर दिता। सो आओ आप आगे चलिए। हम इस तो बाद स्पोर्ट्स पेज के ऊपर कुछ होर जेडे वर्ड्स अक्सर देखने को मिलते हैं वो आपां हम करन जा रहे हैं। नेक्स्ट जेड़ा साडे कोल एक शब्द है वो है क्लीन स्वीप। सुनो, अक्सर स्पोर्ट्स पेज के ऊपर मिलेगा क्लीन स्वीप, क्लीन स्वीप। मैं एक हेडिंग बना देना, मान लो आप कहना वे कोई भी नाम है, चलो इंडिया मेड अ क्लीन स्वीप ऑफ मेडल्स, इंडिया मेड अ क्लीन स्वीप ऑफ मेडल्स। मान लो कोई टूर्नामेंट होया सीगा, ओदे विच सारे मतलब क्लीन स्वीप का मतलब हुंदा सफाया कर देना। भारत ने क्लीन स्वीप ऑफ मेडल्स का मतलब की हो गया, मैं आसान भाषा समझाना है भी किसी टूर्नामेंट किसी गेम दे विच कोई एक प्रकार की सारी चीज नूं जित लेना, प्राप्त कर लेना। मान लो आप कहना वे इत्थे इंडिया मेड अ क्लीन स्वीप ऑफ मेडल्स, एदा मतलब होरां देशां मुकाबले भारत ने सारे मेडल्स जित ले, सफाया करता सारे मेडल्स का। सफाया करना मतलब ये नहीं भी चोरी कर ले, इट डजंट मीन, इट मींस जित ले किसी गेम दे विच किसी भी टूर्नामेंट दे विच उन्हां नूं प्राप्त कर लिया। अच्छा मान लो ये आ जाए, मान लो अपने को क्रिकेट का मैच है, कोई टीम दे दूसरी टीम नाल 5 मैच होए ने, एक टीम 5 दे 5 मैच जीत जाए तो उदों भी आपां कहने हैं कि दिस टीम मेड अ क्लीन स्वीप। तो क्लीन स्वीप का मतलब भी उन्हें टूर्नामेंट दे सारे मैचों नूं जित लिया। सो इस तो बाद आप आगे चलते हैं। इस तो बाद देखो नेक्स्ट वर्ड्स साडे कोल किहड़े ने, तां इहनूं ध्यान नाल सुनना है। जदों भी कोई रिटायरमेंट लैंदा है खेडां दे विच, स्पोर्ट्स दे विच रिटायरमेंट लैंदा है, तो अक्सर देखो रिटायर होने की इंग्लिश एक आप कहने होंगे रिटायर, जिवें आप आम कहते हैं ही हैज रिटायर्ड। लेकिन तुसी याद रखना है एक एक्सप्रेशन होता है हैंग अप बूट्स। स्पोर्ट्स से विच बहुत चलता है। आसान भाषा च कहिए उन्हें अपने बूट टंग दिते, मतलब हुण उन्हें रिटायरमेंट ले ली, उन्हें खेडना बंद करता। सो जदों भी आ जाए हैंग अप बूट्स, इसका मतलब होता है रिटायरमेंट ले लेना। सो जदों सचिन ने रिटायरमेंट लेती सी तो लिखा सी सचिन हैज फाइनली हंग हिज बूट्स, हंग अप हिज बूट्स। तो हैंग अप बूट्स का मतलब की होता है रिटायरमेंट ले लेना। उस तो बाद मैं एक होर एक्सप्रेशन दसदा जेड़ा रिटायरमेंट लैण दे लई भी वरतिया जांदा है, पर कई बार जदों न्यूज़पेपर दे विच आ जांदा तां सानू समझ नहीं आउंदा। ते ओ एक्सप्रेशन हैगा कॉल इट अ डे, कॉल इट अ डे। हुण सुनो, कॉल इट अ डे दे दो मीनिंग आप कह सकते, दोनों आपस में इंटरकनेक्टेड ने। एक तो कॉल इट अ डे का मतलब होता है कोई भी आप काम कर रहे हैं इहनूं खत्म कर देना। मान लो हाले क्लास नहीं खत्म, मान लो आप कहना वे आओ आप अज दा काम समाप्त करिए, वैसे कह रहे हैं अरे चलेगी, वैसे कह रहे हैं आओ आप आज दा काम समाप्त करिए, तो आप की कहने होने लेट्स कॉल इट अ डे। लेट्स कॉल इट अ डे का मतलब आओ आप आज दा काम समाप्त कर दिए। लेकिन ये एक्सप्रेशन रिटायरमेंट दे केस दे विच भी यूज किया जाता है। मान लो आप कहना होवे उसने हुण फाइनली रिटायरमेंट ले ली, तो ते लिखा होगा he has finally called it a day, he has finally called it a day means उसने आखिरकार रिटायरमेंट ले ली, मतलब रिटायर हो गया। तो ये दो एक्सप्रेशंस ने जेडे कई बार सानू समझ नहीं आउंदे,
ਤਾਂ ਉਹਦੇ ਵਿੱਚੋਂ ਫਰਸਟ ਕਿਹੜਾ ਸੀ ਆਪਣੇ ਕੋਲੇ ਹੈਂਗ ਅਪ ਬੂਟਸ ਤੇ ਨੈਕਸਟ ਕਿਹੜਾ ਕਾਲ ਇਟ ਅ ਡੇ ਇੱਕ ਡੀਏ ਜਦੋਂ ਆ ਜਾਵੇ ਤਾਂ ਅਕਸਰ ਸਾਡੇ ਆਮ ਤੌਰ ਤੇ ਕੀ ਕਿਹਾ ਜਾਂਦਾ ਡੇ ਇਹਦਾ ਜਿਹੜਾ ਪ੍ਰੋਨੰਸੀਏਸ਼ਨ ਸਹੀ ਹੈ ਉਹ ਡੇ ਨਹੀਂ ਹੈਗਾ ਡੇ ਅੰਗਰੇਜ਼ੀ ਨੂੰ ਥੋੜਾ ਲਮਕਾ ਕੇ ਬੋਲਦੇ ਨੇ ਇਟ ਇਜ਼ ਨਾਟ ਡੇ ਇਟ ਇਜ਼ ਡੇ ਡੇ ਜਿਵੇਂ ਅੱਜ ਦੀ ਇੰਗਲਿਸ਼ ਹੈ ਸਾਡੇ ਅਕਸਰ ਕੀ ਬੋਲਿਆ ਜਾਂਦਾ ਟੂਡੇ ਆਪਾਂ ਆਮ ਕਹਿੰਦੇ ਯਾ ਆਈ ਵਿਲ ਕਮ ਟੂਡੇ ਟੂਡੇ ਕਹਿਣ ਦੀ ਬਜਾਏ ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਕਹਿਣਾ ਹੈ I'll come today ਟੂਡੇ ਨਹੀਂ today ਸੋ ਇਸੇ ਤਰ੍ਹਾਂ way ਆ ਜੇ ਤੁਹਾਨੂੰ ਕਈ ਵਾਰ ਬੋਲਦੇ ਆ ਵੇ ਦੀ ਬਜਾਏ ਤੁਸੀਂ ਕਹਿਣਾ ਹੈ way this is the best way ਸੋ ਥੋੜਾ ਲਮਕਾ ਕੇ ਹੁੰਦੇ ਨੇ ਸ਼ਬਦ ਹੁਣ ਆਪਾਂ ਚੱਲਦੇ ਆਗੇ ਚਲੋ ਇਸ ਤੋਂ ਬਾਅਦ ਆਪਾਂ ਥੋੜੇ ਜਿਹੇ ਵਰਡਸ ਨੂੰ ਪੜਨ ਜਾ ਰਹੇ ਹਾਂ ਜਿਹੜੇ ਕਿ ਸਟੇਡੀਅਮਸ ਨਾਲ ਲੋਕਾਂ ਨਾਲ ਰਿਲੇਟਡ ਹੁੰਦੇ ਨੇ ਮੰਨ ਲਓ ਆਪਾਂ ਇਹ ਕਹਿਣਾ ਕਿ ਸਟੇਡੀਅਮ ਖਚਾ ਖਚ ਭਰਿਆ ਹੋਇਆ ਸੀ ਲੋਕਾਂ ਨਾਲ ਬਹੁਤ ਰਸ਼ ਸੀਗਾ ਮੈਚ ਦੇਖਣ ਦੇ ਲਈ ਤਾਂ ਜਿਹਨੂੰ ਆਪਾਂ ਕਹਿੰਦੇ ਖਚਾ ਖਚ ਭਰਿਆ ਹੋਇਆ ਉਹਨੂੰ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਹੈ ਜੈਮ ਪੈਕਡ ਯਾਦ ਰੱਖਣਾ ਜੈਮ ਪੈਕਡ ਦਾ ਮਤਲਬ ਹੁੰਦਾ ਹੈ ਖਚਾ ਖਚ ਭਰਿਆ ਹੋਇਆ ਜੈਮ ਪੈਕਡ ਮੀਨਸ ਖਚਾ ਖਚ ਭਰਿਆ ਹੋਇਆ ਤੈਨੂੰ ਸੁਣ ਲਓ ਆਪਾਂ ਕਹਿੰਦੇ ਨੇ ਸਟੇਡੀਅਮ ਖਚਾ ਖਚ ਭਰਿਆ ਹੋਇਆ ਸੀ the stadium was jam packed means ਖਚਾ ਖਚ ਭਰਿਆ ਹੋਇਆ ਉਸ ਤੋਂ ਬਾਅਦ ਦੇਖੋ ਕਈ ਵਾਰ ਨਾ ਜਦੋਂ ਨਿਊਜ਼ਪੇਪਰਸ ਤੁਸੀਂ ਪੜੋਗੇ ਤਾਂ ਉੱਥੇ ਇੱਕ ਲਾਈਨ ਬਹੁਤ ਲਿਖੀ ਤੁਹਾਨੂੰ ਮਿਲੇਗੀ ਮੈਂ ਇੱਕ ਲਾਈਨ ਲਿਖ ਕੇ ਦਿਖਾਉਣਾ ਹੈ ਦੇਖੋ the atmosphere ਪਹਿਲੀ ਗੱਲ ਤਾਂ ਇਹਨੂੰ atmosphere ਨਹੀਂ ਕਹਿਣਾ this is atmosphere the atmosphere in the stadium was electric ਜਦ ਇਲੈਕਟ੍ਰਿਕ ਲਿਖਿਆ ਮਿਲਦਾ ਹੈ ਤੇ ਜਾਂ ਇਹਦੇ ਵਰਗਾ ਇੱਕ ਐਕਸਪ੍ਰੈਸ਼ਨ ਮਿਲਦਾ ਹੈ ਇਲੈਕਟ੍ਰੀਫਾਈਂਗ ਸੋ ਜੇ ਤੁਸੀਂ ਇਹ ਲਾਈਨ ਪੜ੍ਹ ਲਓ atmosphere environment ਮਤਲਬ ਆਮ ਲਿਖਾਂਦਾ ਹੈ the atmosphere in the stadium was electrifying ਤਾਂ ਤੁਸੀਂ ਸਮਝ ਲੈਣਾ ਇਹਦਾ ਮਤਲਬ ਕੀ ਹੈ ਅਸਲ ਦੇ ਵਿੱਚ ਇਹ ਜਿਹੜਾ ਐਕਸਪ੍ਰੈਸ਼ਨ ਇਹਦਾ ਸੰਬੰਧ ਐਕਸਾਈਟਮੈਂਟ ਉਤੇਜਨਾ ਨਾਲ ਹੈ ਜਦੋਂ ਆਪਾਂ ਕਹਿੰਦੇ ਵੀ ਮਾਹੌਲ ਇਲੈਕਟ੍ਰੀਫਾਈਂਗ ਸੀ ਇਲੈਕਟ੍ਰਿਕ ਸੀ ਇਹਦਾ ਮਤਲਬ ਮਾਹੌਲ ਦੇ ਵਿੱਚ ਜਿਹੜਾ ਲੋਕ ਸੀਗੇ ਲੋਕਾਂ 'ਚ ਬੜੀ ਉਤੇਜਨਾ ਸੀ ਲੋਕ ਬਹੁਤ ਐਕਸਾਈਟਡ ਸੀ there was a lot of excitement in people were immensely excited so ਜਦੋਂ ਆਪਾਂ ਕਹਿੰਦੇ ਵੀ ਬਹੁਤ ਜ਼ਿਆਦਾ ਐਕਸਾਈਟਮੈਂਟ ਸੀ ਲੋਕ ਐਕਸਾਈਟਡ ਸੀ ਤਾਂ ਇਹ ਐਕਸਪ੍ਰੈਸ਼ਨ ਯੂਜ਼ ਕਰਦੇ ਨੇ the atmosphere in the stadium was electrifying very good so ਅਗਲਾ ਆਪਾਂ ਸ਼ਬਦ ਪੜ੍ਹਦੇ ਹਾਂ ਹੁਣ next is ਇੱਥੇ ਜਦੋਂ ਇੱਕ ਹੋਰ ਦੱਸ ਦੇਵਾਂ ਕਈ ਵਾਰ ਸਾਨੂੰ ਸਮਝ ਨਹੀਂ ਆਉਂਦਾ ਇੱਕ ਐਕਸਪ੍ਰੈਸ਼ਨ ਨਾ ਕਈ ਵਾਰ ਸਪੋਰਟਸ ਪੇਜ ਦੇ ਉੱਪਰ ਕਾਫੀ ਆਉਂਦਾ ਹੈ turn the tables ਤਾਂ ਬਹੁਤ ਵਾਰੀ ਇਹ ਪਤਾ ਨਹੀਂ ਲੱਗਦਾ ਸਟੂਡੈਂਟਸ ਨੂੰ ਕਿ ਗੱਲ ਕੀ ਬਣੀ ਟੇਬਲਸ ਨੂੰ ਟਰਨ ਕਰ ਦੇਣਾ ਤਾਂ ਤੁਸੀਂ ਯਾਦ ਰੱਖਣਾ turn the tables ਨੂੰ ਅਸੀਂ ਅਕਸਰ ਕਹਿ ਦਿੰਦੇ ਆ ਪਾਸਾ ਪਲਟ ਦੇਣਾ ਯੈਸ ਪਾਸਾ ਪਲਟ ਦੇਣ ਦੀ ਇੰਗਲਿਸ਼ ਕੀ ਆ ਗਈ turn the tables ਹੁੰਦੀ ਹੈ ਮੰਨ ਲਓ ਆਪਾਂ ਕਹਿਣਾ ਹੋਵੇ ਉਸ ਦੀ ਪਰਫਾਰਮੈਂਸ ਨੇ ਪਾਸੇ ਪਲਟਦਾ his performance turned the tables ਮੰਨ ਲਓ ਆਪਾਂ ਕਹਿੰਦੇ ਵੀ ਉਸ ਦੀ ਪਰਫਾਰਮੈਂਸ ਨੇ ਇੰਡੀਆ ਦੇ ਹੱਕ ਵਿੱਚ ਪਾਸੇ ਪਲਟਦਾ ਤਾਂ ਆਪਾਂ ਕਹਾਂਗੇ his performance turned the tables in favor of India तो turn the tables ਦਾ ਮਤਲਬ ਕੀ ਹੁੰਦਾ ਹੈ ਪਾਸਾ ਪਲਟ ਦੇਣਾ ਪਾਸਾ ਪਲਟ ਦੇਣ ਦੀ ਇੰਗਲਿਸ਼ ਕੀ ਆ ਗਈ turn the tables ਅਗਲਾ ਵਰਡ ਦੇਖੋ ਜੋ ਤੁਹਾਨੂੰ ਸਪੋਰਟਸ ਪੇਜ ਤੇ ਕਈ ਵਾਰ ਅਕਸਰ ਮਿਲੇਗਾ ਉਹ ਹੈ SANS sands this is again very important word sands मान लो उठे खबर आ गई आपने को न्यूज़ आ गई India will play sans Kohli तो बहुत सारे स्टूडेंट सोचते ने बहुत सारे सोचते ने कि सैम्स की हो गया फिर ये तो समझ आ गया इंडिया खेलेगा सैम्स कोहली समझ नहीं आता कोहली नाल खेडू कोहली बिना खेडू कोहली नु बचाउण लई खेडू कोहली समझ नहीं आता ਤਾਂ ਤੁਸੀਂ ਯਾਦ ਰੱਖਣਾ ਹੈ ਸੈਂਸ ਦਾ ਮਤਲਬ ਹੁੰਦਾ ਹੈ ਵਿਦਆਊਟ ਯੈਸ ਸੈਂਸ ਦਾ ਮੀਨਿੰਗ ਵਿਦਆਊਟ ਹੁੰਦਾ ਹੈ ਸੋ ਜਿੱਥੇ ਵੀ ਨਿਊਜ਼ਪੇਪਰ ਦੇ ਵਿੱਚ ਵਰਡ ਆ ਜਾਵੇ ਸੈਂਸ ਇਹਦਾ ਮਤਲਬ ਵਿਦਆਊਟ ਹੁੰਦਾ ਹੈ ਯੈਸ ਸੈਂਸ ਮੀਨਸ ਵਿਦਆਊਟ ਇੱਥੇ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦੇਵਾਂ ਕਿ ਇਹ ਜਿਹੜਾ ਵਿਦਆਊਟ ਹੈ ਇਸ ਨੂੰ ਕਈ ਵਾਰੀ ਇਹ ਨਹੀਂ ਲਿਖਿਆ ਜਾਂਦਾ ਹੈ ਬਟ ਫॉर ਸਾਨੂੰ ਇਹ ਤਾਂ ਪਤਾ ਹੁੰਦਾ ਹੈ ਕਿ ਬਟ ਮੀਨਸ ਪਰੰਤੂ ਹੁੰਦਾ ਹੈ ਲੇਕਿਨ ਇਹ ਤੁਸੀਂ ਯਾਦ ਰੱਖਣਾ ਹੈ ਯੂ ਹੈਵ ਟੂ ਬੇਅਰ ਦਿਸ ਥਿੰਗ ਇਨ ਮਾਈਂਡ ਦੈਟ ਬਟ ਫॉर ਮੀਨਸ विदाउट आल्सो ਇਹਦਾ ਮਤਲਬ ਵਿਦਾਊਟ ਵੀ ਹੁੰਦਾ ਹੈ ਮੈਂ ਇੱਕ ਵੈਸੇ ਐਗਜ਼ਾਮਪਲ ਦੱਸ ਦਿੰਦਾ ਮੰਨ ਲਓ ਆਪਾਂ ਕਹਿਣਾ ਵੀ ਕੋਈ ਵੀ ਚੀਜ਼ ਪਾਣੀ ਬਿਨਾ ਅਸੀਂ ਜਿਉਂਦੇ ਨਹੀਂ ਰਹਿ ਸਕਦੇ but for water sans water we can't live we can't survive life is impossible sans water so ਚਲੋ sans ਤੇ but for ਦਾ meaning ਕੀ ਆ ਗਿਆ without ਆ ਗਿਆ sans ਤੇ but for ਦਾ meaning ਕੀ ਆ ਗਿਆ without
सो आपने आज स्पोर्ट्स नाल रिलेटेड काफी वोकैबुलरी पढ़ी। एक दो चीज़ इत्थे मैं होर दस देवां। स्पोर्ट्स पेज के ऊपर काफी एक ना शब्द आउंदा है। मान लो आप कहना होवे कि विराट कोहली ने शानदार परफॉर्मेंस दिखाई, एक बैडमिंटन के प्लेयर ने शानदार परफॉर्मेंस दिखाई। तो जो शानदार वर्ड है, दिस इज क्वाइट कॉमन इन न्यूज़पेपर्स, बहुत कॉमन है न्यूज़पेपर्स दे विच। तो हुण मैं की करदा, तुहानू कुछ क वर्ड्स शानदार नाल रिलेटेड मैं इत्थे लिख के दिखाउणा है, तो ओनू तुसीं नोट करना है। शानदार नाल रिलेटेड कुछ क वर्ड्स मैं दस्सण जा रहे हैं। तो फर्स्ट वर्ड आप लिख रहे हैं, आप 4-5 वर्ड्स लिख रहे हैं ते मैग्निफिसेंट। मैं फिर दसदा किसी भी वर्ड के पीछे ईएनटी आ जाए, ईएनटी, तो इनू असी एंट नहीं कहना। दिस इज नॉट एंट, मैग्निफिसेंट बोलते हैं कई लोग, गलत। दिस इज मैग्निफिसेंट। मैग्निफिसेंट का मतलब शानदार आ गया। नेक्स्ट वर्ड आ गया मार्वलस, MARVELLOUS। मान लो लिखा गया मार्वलस परफॉर्मेंस, तो तुसी समझ लेना का मतलब होता है शानदार परफॉर्मेंस। ते एक चीज मैं होर दस देना, मार्वलस की थां ते एक शब्द लिखा होता है, बेसिकली इसकी शॉर्ट फॉर्म ही है मार्वी। तो जे वर्ड आ जावे मार्वी, उते लिखा है कि ही डिलीवर्ड मार्वी परफॉर्मेंस, तो तुसी समझ लेना इट मींस कि आ गया उन्हें शानदार परफॉर्मेंस दी। तो मार्वी मींस शानदार। हले आप होर भी वर्ड्स पढ़ने ने, देखो जेडे आम चलदे ने उन्हां दे विचों नेक्स्ट वर्ड इज फैबुलस, FABULOUS। फैबुलस का मतलब भी होता है शानदार, बहुत बढ़िया। इनू कई बारी अखबारां च शॉर्ट दे विच फैब भी किया जाता है। आप कहना भाई व्हाट अ फैब परफॉर्मेंस, हम बोलते हैं फैब परफॉर्मेंस, फैब मींस फैबुलस। इस तो बाद वर्ड है स्पेक्टेकुलर। सो जदों भी ये वर्ड आ जाए स्पेक्टेकुलर, तो तुसी समझ लेना है कि स्पेक्टेकुलर का मतलब भी की होता है शानदार। ही प्लेड स्पेक्टेकुलर इनिंग्स। स्पेक्टेकुलर मींस शानदार होता है, स्पेक्टेकुलर मींस शानदार। अब आप कुछ और वर्ड्स पढ़िए, बहुत नहीं होना जो मेन मैं दस रहे हैं। स्पेक्टेकुलर तो बाद वर्ड अपने को दिस इज सुपर्ब, सुपर्ब। फिर आप एक सिंपल जो वर्ड ले लेंगे स्प्लेंडेड, स्प्लेंडेड, सुपर्ब। ये सारे वर्ड्स तुम अक्सर मिलेंगे शानदार इंग्लिश के तौर पे, नोट कर लो। स्पेक्टेकुलर तो बाद वर्ड है सुपर्ब, SUPERB। तो उस तो बाद केड़ा वर्ड है स्प्लेंडेड। नेक्स्ट लिखो आउटस्टैंडिंग। आउटस्टैंडिंग का मतलब भी होता है शानदार, आउटस्टैंडिंग। आम लिखा होता है आउटस्टैंडिंग परफॉर्मेंस। आउटस्टैंडिंग परफॉर्मेंस का मतलब भी किया गया शानदार परफॉर्मेंस। एक दो वर्ड्स आप हो ले लेने हैं जिनका मतलब होता है शानदार। उस तो बाद लिख लो जो कि व्हिच इज वेरी कॉमन इन न्यूज़पेपर्स, फिनोमिनल। वैसे फिनोमिनल होता है एक्स्ट्राऑर्डिनरी, प्लीज इन्हें नोट कर लो। फिनोमिनल आम लिखा रहता है द परफॉर्मेंस वाज फिनोमिनल, he delivered a phenomenal performance। phenomenal means शानदार परफॉर्मेंस। phenomenal means वैसे एक्स्ट्राऑर्डिनरी परफॉर्मेंस होती है, शानदार परफॉर्मेंस। सो एक कुछ के वर्ड्स ने, कुछ के लिखे ने जेडे आम यूज किए जाते हैं ना जी, मैं होर लिख देवां मैजेस्टिक। मैजेस्टिक का मतलब भी होता है शानदार। सो कुछ के वर्ड्स में लिखे थे शानदार दे लई, ਉਹਨਾਂ ਦੇ ਵਿੱਚੋਂ ਆਪਾਂ ਅੱਜ वर्ड्स पढ़े fabulous, magnificent, marvelous, जिन्हों के मार्वी कहने मैं लिखा सी उन्हें पे phenomenal, splendid, superb, spectacular, outstanding, majestic. There are a lot many other words and these words are very very common. So इस तो बाद ਆਪਾਂ ਇੱਕ ਦੋ ਚੀਜ਼ਾਂ ਹੋਰ ਪੜ੍ਹ ਲਈਏ ਸਪੋਰਟਸ ਨਾਲ ਰਿਲੇਟਡ, ਤੇ ਉਹ ਹੈ ਆਪਣੇ ਕੋਲੇ कुछ का वर्ड्स ਇਹ ਜਿਹੇ ਹੁੰਦੇ ਨੇ ਜਿਹੜੇ ਆਊਟ ਤੋਂ ਸਟਾਰਟ ਹੁੰਦੇ ਨੇ। ਸਾਨੂੰ ਨਿਊਜ਼ਪੇਪਰਸ ਦੇ ਵਿੱਚ ਅਕਸਰ ਮਿਲਣਗੇ। ਜਿਵੇਂ ਆਪਣੇ ਕੋਲ ਇੱਕ ਵਰਡ ਹੈ ਆਊਟ ਪਰਫਾਰਮ। ਤੁਸੀਂ ਯਾਦ ਰੱਖਣਾ ਹੈ ਅਕਸਰ ਕਿਸੇ ਵਰਡ ਦੇ ਅੱਗੇ ਆਊਟ ਲੱਗ ਜਾਵੇ। ਆਊਟ ਪਰਫਾਰਮ ਦਾ ਮੀਨਿੰਗ ਕੀ ਹੈ? ਕੱਲਾ ਪਰਫਾਰਮ ਮੀਨਸ ਪਰਫਾਰਮ ਕਰਨਾ। ਆਊਟ ਪਰਫਾਰਮ ਦਾ ਮਤਲਬ ਬਣ ਗਿਆ ਕਿਸੇ ਦੂਜੇ ਦੇ ਮੁਕਾਬਲੇ ਜ਼ਿਆਦਾ ਵਧੀਆ ਪਰਫਾਰਮ ਕਰਨਾ। ਪਰਫਾਰਮੈਂਸ ਦੇ ਵਿੱਚ ਕਿਸੇ ਤੋਂ ਅੱਗੇ ਨਿਕਲ ਜਾਣਾ। ਆਊਟ ਪਰਫਾਰਮ ਮੀਨਸ ਕਿਸੇ ਦੂਜੇ ਤੋਂ ਜ਼ਿਆਦਾ ਵਧੀਆ ਪਰਫਾਰਮ ਕਰਨਾ। मान लो आप कहना भी इंडिया ने पाकिस्तान तो वधिया परफॉर्म किया, तो इसकी इंग्लिश बन गई इंडिया आउट परफॉर्म्ड पाकिस्तान। इंडिया आउट परफॉर्म्ड पाकिस्तान। अच्छा होर वर्ड्स सुनो जिन्हां दा मतलब यही है, बहुत सारे शब्द ने जिन्हां दा आउट लगदा अपने कोले। उन्हां दे विचों किहड़े वर्ड्स आ गए? जिवें कि एक वर्ड अपने कोले आ गया आउट परफॉर्म तो बाद आउट क्लास। सो क्लास विच किसी तो अगे निकल जाना। क्लास का मतलब श्रेणी नहीं कह रहा मैं, क्लास मींस वधिया परफॉर्मेंस दे विच, क्लास परफॉर्मेंस दे विच आगे निकल जाना। मान लो आप कहना भी इंडिया ने क्या क्लास दिखाई ते पाकिस्तान तो आगे निकल गया, तो आप कहांगे इंडिया आउट क्लास्ड पाकिस्तान। इस तो बाद अपने कोले होर वर्ड भी है आउटशाइन। आउटशाइन का मतलब भी हुंदा है
ਕਿਸੇ ਦੂਜੇ ਨਾਲੋਂ ਵੱਧ ਚਮਕਣਾ, ਕਿਸੇ ਦੂਸਰੇ ਨਾਲੋਂ ਵੱਧ ਚਮਕਣਾ। ਚਮਕਣ ਤੋਂ ਭਾਵ ਕੀ ਹੈ? ਕਿਸੇ ਦੂਸਰੇ ਦੇ ਮੁਕਾਬਲੇ ਜ਼ਿਆਦਾ ਵਧੀਆ ਪਰਫਾਰਮ ਕਰਨਾ। ਸੋ ਆਊਟਸ਼ਾਈਨ ਵਰਡ ਆ ਗਿਆ ਆਪਣੇ ਕੋਲੇ। ਤੇ ਅੱਜ ਆਪਣੇ ਨਿਊਜ਼ਪੇਪਰ 'ਚ ਵੀ ਆਇਆ ਇੱਕ ਐਕਸਪ੍ਰੈਸ਼ਨ ਨੂੰ ਮੈਂ ਹੋਰ ਦੱਸ ਦੇਣਾ, ਐਜ ਪਾਸਟ। ਇਹ ਆਊਟ ਵਾਲਾ ਨਹੀਂ, ਇਹਨੂੰ ਨੋਟ ਕਰ ਲਓ ਪਲੀਜ਼, ਐਜ ਪਾਸਟ। ਅਗੇਨ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ, ਐਜ ਪਾਸਟ। ਕਿਤੇ ਵੀ ਲਿਖਿਆ ਜੇ ਐਜ ਪਾਸਟ, ਕਿਵੇਂ ਲਿਖਿਆ ਹੈਗਾ ਮੈਂ ਤੁਹਾਨੂੰ ਸਮਝਾਉਣਾ ਹੈ। ਤਾਂ ਮੰਨ ਲਓ ਆਪਾਂ ਕਹਿੰਦੇ ਵੀ ਇੰਡੀਆ edged past ਪਾਕਿਸਤਾਨ, ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਭਾਰਤ ਪਾਕਿਸਤਾਨ ਤੋਂ ਅੱਗੇ ਨਿਕਲ ਗਿਆ ਕਿਸੇ ਗੇਮ 'ਚ, ਕਿਸੇ ਵੀ ਚੀਜ਼ ਦੇ ਵਿੱਚ। ਐਜ ਪਾਸਟ ਦਾ ਮਤਲਬ ਬਹੁਤ ਆਮ ਹੁੰਦਾ ਐਕਸਪ੍ਰੈਸ਼ਨ, ਕਿਸੇ ਤੋਂ ਅੱਗੇ ਨਿਕਲ ਜਾਣਾ। ਅੱਛਾ, ਕਿਸੇ ਤੋਂ ਜੇ ਅੱਗੇ ਨਿਕਲਣਾ ਹੋਵੇ ਤਾਂ ਆਪਾਂ ਨੇ ਲਿਖ ਲਿਆ ਐਜ ਪਾਸਟ। ਮੈਂ ਤੁਹਾਨੂੰ ਦੋ ਐਕਸਪ੍ਰੈਸ਼ਨਸ, ਦੋ ਵਰਡਸ ਹੋਰ ਦੱਸਦਾ। ਇੱਕ ਵਰਡ ਇਹ ਵੀ ਹੁੰਦਾ ਹੈ ਸਰਪਾਸ ਤੇ ਐਕਸੀਡ। ਇਹਨਾਂ ਦੋਨਾਂ ਦਾ ਮਤਲਬ ਵੀ ਹੁੰਦਾ ਹੈ ਕਿਸੇ ਤੋਂ ਅੱਗੇ ਨਿਕਲ ਜਾਣਾ। ਯੈਸ, ਮੰਨ ਲਓ ਆਪਾਂ ਕਹਿੰਦੇ ਨੇ ਇੰਡੀਆ ਪਾਕਿਸਤਾਨ ਤੋਂ ਅੱਗੇ ਨਿਕਲ ਗਿਆ ਰੈਂਕਿੰਗ ਦੇ ਵਿੱਚ ਜਾਂ ਕਿਸੇ ਵੀ ਚੀਜ਼ ਦੇ ਵਿੱਚ। ਇੱਕ ਤਾਂ ਆਪਾਂ ਕਹਾਂਗੇ ਇੰਡੀਆ ਐਜਡ ਪਾਸਟ ਪਾਕਿਸਤਾਨ। what else, ਹੋਰ ਕੀ ਕਹਾਂਗੇ ਆਪਾਂ? ਇੰਡੀਆ ਸਰਪਾਸਡ ਪਾਕਿਸਤਾਨ। ਇੰਡੀਆ ਸਰਪਾਸਡ ਪਾਕਿਸਤਾਨ ਤੇ ਨੈਕਸਟ ਕਿਹੜਾ ਆਪਣੇ ਕੋਲੇ? ਇੰਡੀਆ ਐਕਸੀਡਡ ਪਾਕਿਸਤਾਨ। ਇੰਡੀਆ ਐਕਸੀਡਡ ਪਾਕਿਸਤਾਨ। ਸੋ ਇਹ ਆਪਣੇ ਕੋਲੇ ਅੱਜ ਸੀਗੇ ਕੁਝ ਸਪੋਰਟਸ ਨਾਲ ਰਿਲੇਟਡ। ਹਲੇ 5-7 ਮਿੰਟ ਆਪਣੀ ਕਲਾਸ ਕੰਟੀਨਿਊ ਰਹੇਗੀ। ਹੁਣ ਇਸ ਤੋਂ ਬਾਅਦ ਆਪਾਂ ਨੇ ਸਪੋਰਟਸ ਨਾਲ ਰਿਲੇਟਡ ਦੇਖੋ ਅੱਜ ਕਾਫੀ ਵਕੈਬ ਪੜੀ। ਅੱਜ ਮੈਂ ਸਟਾਰਟ ਕਰ ਰਹੇ ਹਾਂ ਕ੍ਰਾਈਮ ਨਾਲ ਰਿਲੇਟਡ ਕੁਝ ਵਰਡਸ, ਤੇ ਕੱਲ ਆਪਾਂ ਕ੍ਰਾਈਮ ਨਾਲ ਰਿਲੇਟਡ ਜਾਂ ਹੋਰਾਂ ਚੀਜ਼ਾਂ ਨਾਲ ਰਿਲੇਟਡ ਵੀ ਕਾਫੀ ਵਰਡਸ ਪੜਾਂਗੇ। ਤਾਂ ਹੁਣ ਆਪਾਂ ਸਟਾਰਟ ਕਰਦੇ ਹਾਂ। ਅੱਜ ਆਪਣੀ ਕਲਾਸ ਦਾ ਕੁਝ ਟਾਈਮ ਬਚੇ ਹੈ ਤੇ ਕ੍ਰਾਈਮ ਨਾਲ ਰਿਲੇਟਡ ਆਪਾਂ ਕੁਝ ਵਰਡਸ ਪੜਨਾ ਸਟਾਰਟ ਕਰਦੇ ਹਾਂ। So we have 5-6 minutes left. Crime ਨਾਲ ਰਿਲੇਟਡ ਕਿਵੇਂ? Let's do. ਕ੍ਰਾਈਮ ਕਰਨ ਦੀ ਇੰਗਲਿਸ਼ ਕੀ ਹੁੰਦੀ ਹੈ? ਮੰਨ ਲਓ ਤੁਸੀਂ ਇੰਗਲਿਸ਼ ਬੋਲ ਰਹੇ ਹੋ, ਅਖਬਾਰ ਦੇ ਵਿੱਚ ਤੁਸੀਂ ਪੜ੍ਹਨਾ ਹੈ ਕ੍ਰਾਈਮ, ਜੁਰਮ ਕਰਨਾ ਹੈ। ਜੁਰਮ ਕਰਨ ਦੀ ਇੰਗਲਿਸ਼ ਇੱਕ ਤਾਂ ਅਸੀਂ ਅਕਸਰ ਕਹਿੰਦੇ ਹੁੰਦੇ ਆ ਡੂ ਕ੍ਰਾਈਮ, ਲੇਕਿਨ ਯਾਦ ਰੱਖਣਾ ਜਦੋਂ ਅਖਬਾਰਾਂ 'ਚ ਵੈਸੇ ਵੀ ਇੰਗਲਿਸ਼ ਦੇ ਵਿੱਚ ਜੁਰਮ ਕਰਨ ਦੀ ਇੰਗਲਿਸ਼ ਲਿਖੀ ਜਾਂਦੀ ਹੈ ਜੁਰਮ ਕਰਨਾ, ਤਾਂ ਆਮ ਤੌਰ ਤੇ ਡੂ ਕ੍ਰਾਈਮ ਹੁੰਦਾ। ਲੇਕਿਨ ਨਿਊਜ਼ਪੇਪਰ ਦੇ ਵਿੱਚ ਤੁਹਾਨੂੰ ਦੋ ਵਰਡਸ ਲੱਗੇ ਮਿਲਣਗੇ। ਦੇਖੋ ਕ੍ਰਾਈਮ ਤਾਂ ਆ ਗਿਆ ਜੁਰਮ, ਇਸ ਦੇ ਅੱਗੇ ਜਿਹੜੀ ਕਰਨ ਦੀ ਇੰਗਲਿਸ਼ ਹੈ, ਕਰਨ ਦੀ ਇੰਗਲਿਸ਼ ਕਰਨਾ, ਤਾਂ ਡੂ ਦੀ ਬਜਾਏ ਤੁਸੀਂ ਕਮਿਟ ਸ਼ਬਦ ਯੂਜ਼ ਕਰਨਾ ਹੈ, ਜਾਂ ਜਦੋਂ ਪੜੋਗੇ ਕਮਿਟ ਕ੍ਰਾਈਮ ਲੱਗਿਆ ਮਿਲੇਗਾ ਸਭ। ਲੇਕਿਨ ਸਿਰਫ ਇਹੀ ਨਹੀਂ, ਕਰਨ ਦੀ ਇੰਗਲਿਸ਼ ਇੱਕ ਹੋਰ ਵੀ ਨਿਊਜ਼ਪੇਪਰਸ ਦੇ ਵਿੱਚ ਬਹੁਤ ਲੱਗੀ ਮਿਲੇਗੀ, ਦੈਟਸ ਪਰਪੀਟ੍ਰੇਟ। ਤਾਂ ਪਰਪੀਟ੍ਰੇਟ ਦਾ ਮਤਲਬ ਵੀ ਕਰਨਾ ਹੁੰਦਾ ਹੈ ਕੋਈ ਮਾੜੀ ਚੀਜ਼ ਕਰਨਾ, ਜਿਵੇਂ ਕ੍ਰਾਈਮ ਵਗੈਰਾ। ਜੇ ਇਹ ਵਰਡ ਆਪਾਂ ਨਹੀਂ ਸਿੱਖਿਆ ਤਾਂ ਨਿਊਜ਼ਪੇਪਰ ਪੜ੍ਹਨ ਦੇ ਵਿੱਚ ਸਾਨੂੰ ਪ੍ਰੋਬਲਮ ਆਏਗੀ। ਕਿਉਂ ਆਏਗੀ? ਕਿਉਂਕਿ ਇਹ ਵਰਡ ਨਿਊਜ਼ਪੇਪਰ ਦੇ ਵਿੱਚ ਬਹੁਤ ਆਉਂਦਾ ਹੈ। ਦਿਸ ਇਜ਼ ਕੁਆਇਟ ਕਾਮਨ ਇਨ ਨਿਊਜ਼ਪੇਪਰਸ। ਤਾਂ ਜੁਰਮ ਕਰਨ ਦੇ ਲਈ ਦੋ ਵਰਡਸ ਅਸੀਂ ਅੱਜ ਪੜ੍ਹੇ, ਕਮਿਟ ਕ੍ਰਾਈਮ ਤੇ ਨੈਕਸਟ ਕਿਹੜਾ ਆਪਣੇ ਕੋਲੇ? ਪਰਪੀਟ੍ਰੇਟ ਕ੍ਰਾਈਮ। ਮੰਨ ਲਓ ਆਪਾਂ ਕਹਿਣਾ ਹੋਵੇ ਉਸਨੇ ਜੁਰਮ ਕੀਤਾ ਸੀ, ਤਾਂ ਇਹਦੀ ਇੰਗਲਿਸ਼ ਕੀ ਬਣੇਗੀ? ਹੀ ਹੈਡ ਕਮਿਟਡ ਕ੍ਰਾਈਮ। ਤੇ ਜੁਆਇੰਟ ਇੰਗਲਿਸ਼ ਬਣੇਗੀ ਹੀ ਹੈਡ ਪਰਪੀਟ੍ਰੇਟਡ ਕ੍ਰਾਈਮ। मैं फिर बोल रहा he had committed crime या he had perpetrated crime. So please never forget, this is extremely important, commit ਤੇ perpetrate। अच्छा, इस तो बिना जुर्म करने ਲਈ ਇੱਕ ਐਕਸਪ੍ਰੈਸ਼ਨ ਹੋਰ ਪੜ੍ਹਦੇ ਹਾਂ ਆਪਾਂ, commit offense। commit offense, offense ਮੈਨੇ ਵੀ ਅਪਰਾਧ ਆ ਗਿਆ, ਜੁਰਮ ਆ ਗਿਆ, ਤਾਂ ਇਹਦਾ ਮਤਲਬ ਵੀ ਅਸੀਂ ਕਹਿੰਦੇ ਹੁੰਨੇ ਆ ਜੁਰਮ ਕਰਨਾ। ਆਪਾਂ ਕਹਿੰਦਾ ਵੇ ਉਸਨੇ ਇਹ ਜੁਰਮ ਕੀਤਾ ਸੀ, he had committed this offense। So commit crime, perpetrate crime, the next ਕਿਹੜਾ ਆ ਗਿਆ ਆਪਣੇ ਕੋਲੇ? commit offense। Okay, ਹੁਣ ਆਪਾਂ ਅੱਗੇ ਵਧਦੇ ਹਾਂ। ਤਾਂ we have some time। ਤਾਂ ਉਸ ਤੋਂ ਬਾਅਦ ਦੇਖੋ ਅਗਲੇ ਸਾਡਾ ਸ਼ਬਦ ਹੈ criminals। ਦੇਖੋ ਇਹਦਾ ਤੁਹਾਨੂੰ ਪਤਾ ਹੈ, ਮੈਂ ਇਹ ਦੱਸਣ ਲਈ ਲਿਖਾ ਰਿਹਾ ਵੀ criminals ਮੈਨੇ ਲਿਖ ਲਓ ਅਪਰਾਧੀ, ਇਹ ਮੈਨੂੰ ਪਤਾ ਤੁਹਾਨੂੰ ਆਉਂਦਾ ਹੈ। this everyone knows criminals ਦਾ meaning ਕੀ ਹੈ। ਪ੍ਰੋਬਲਮ ਇਹ ਹੈ ਕਈ ਵਾਰੀ criminals ਦੀ ਥਾਂ ਤੇ ਕੁਝ ਹੋਰ ਵੀ ਲਿਖਿਆ ਹੁੰਦਾ ਨਿਊਜ਼ਪੇਪਰਸ ਦੇ ਵਿੱਚ, and which is not understandable। ਕਈ ਵਾਰ ਸਮਝ ਹੀ ਨਹੀਂ ਆਉਂਦੀ ਇਹ ਚੀਜ਼ ਬਹੁਤ ਸਾਰੇ ਲੋਕਾਂ ਲਈ। ਤਾਂ ਯਾਦ ਰੱਖਣਾ, ਵੈਸੇ ਤਾਂ ਬਹੁਤ ਨਹੀਂ, ਇਹਦੇ ਨਾਲ ਇੱਕ ਮਿਲਦਾ ਜੁਲਦਾ ਮੈਂ ਸ਼ਬਦ ਲਿਖਦਾ ਹੈ ਜੋ ਕਿ ਸਾਨੂੰ ਨਿਊਜ਼ਪੇਪਰਸ ਦੇ ਵਿੱਚ ਬਹੁਤ ਮਿਲੇਗਾ, perpetrators of crime। yes, criminals ਨੂੰ ਅਕਸਰ ਕਈ ਵਾਰੀ ਲਿਖਿਆ ਜਾਂਦਾ ਹੈ perpetrators of crime। perpetrators word you will come across this word quite often, ਸੋ ਅਕਸਰ ਮਿਲੇਗਾ। ਤਾਂ ਜਦੋਂ ਵੀ ਆਪਾਂ ਕਹਿਣਾ ਹੋਵੇ, ਮੰਨ ਲਓ ਆਪਾਂ ਕਹਿਣਾ ਹੋਵੇ ਕਿ criminals ਫੜੇ ਗਏ ਨੇ, ਤਾਂ ਕਈ ਵਾਰ ਆਪਾਂ ਤਾਂ ਦੇਖੋ ਆਮ ਤੌਰ ਤੇ ਕੀ ਸਮਝਦੇ, criminals have been arrested, ਜੋ ਕਿ ਸਹੀ ਹੈ, ਗ੍ਰਿਫਤਾਰ ਕਰ ਲਏ ਗਏ ਨੇ। ਪਰ ਨਿਊਜ਼ਪੇਪਰ ਦੇ ਵਿੱਚ ਕਈ ਵਾਰ ਲਿਖਿਆ ਹੁੰਦਾ ਹੈ perpetrators of crime have been arrested, ਉਹਨਾਂ ਨੂੰ ਫੜ ਲਿੱਤਾ ਗਿਆ ਹੈ। ਅੱਛਾ, perpetrators word crime ਨਾਲ ਲਿਖਿਆ ਹੈ,
यही शब्द तुहानू अक्सर कई बार टैररिस्ट अटैक नाल भी मिलेगा। मान लो आप कहना अतवादी हमले नू करने वाले फड़े जा चुके हैं, तो उत्थे लिखा होंगे कई बार की लिखा होंगे परपेट्रेटर्स ऑफ टैररिस्ट अटैक। मैं फिर बोलना है परपेट्रेटर्स ऑफ टैररिस्ट अटैक have been arrested, have been caught. So याद रखने परपेट्रेटर्स का मतलब कौन हो गया, करने वाले, क्रिमिनल्स के नाले शब्द है। हुण आप आगे चलते हैं। इस तो बाद देखो क्राइम नाल रिलेटेड आप वोकैब कल भी पढ़ांगे, आज इनू आप स्टार्ट किया है। सो वी हैव 1 2 सारे को 2-3 मिनट है बस। ते इस तो बाद मैं सुनू वर्ड दसन जा रहा है गुंडे या बदमाश दी इंग्लिश। क्राइम नाल रिलेटेड हर रोज आने ने, पुलिस ने 2 बदमाशों को फड़ लिया, बदमाशा नहीं किया। ਜਦੋਂ भी गुंडे या बदमाशा ने इंग्लिश लिखनी होती है, ਜਾਂ ਜਦੋਂ भी ਤੁਸੀਂ ਇਹ वर्ड्स पढ़ो ਜਿਹੜੇ मैं लिखਣ जा रहा ਤਾਂ समझ लियो ਇਹਨਾਂ ਦਾ मतलब गुंडे या बदमाश ਹੁੰਦੇ ਨੇ। ਉਹਨਾਂ ਦੇ ਵਿੱਚੋਂ फर्स्ट वर्ड है मिसक्रिएंट्स। मिसक्रिएंट्स ਜੇ ਕਦੇ ਵੀ ਇਹ वर्ड आ जाए ਤਾਂ ਇਹਦਾ मतलब ਹੁੰਦਾ ਹੈ गुंडे बदमाश ਜਾਂ माड़े अंसर। ਤੇ मैं गुंडे या बदमाशा ਦੇ ਲਈ वर्ड्स बोल रहे हैं। फर्स्ट वर्ड इज मिसक्रिएंट्स। ओके, सेकंड सम सेकंड वर्ड इज हुलिगन्स। बहुत हद तक ये शब्द यूज किए जाते हैं गुंडे या बदमाशा के लिए। हुलिगन्स। हुलिगन्स तो बाद नेक्स्ट वर्ड है रफियंस। रफियंस। सो अगेन वेरी इंपॉर्टेंट वर्ड रफियंस। रफियंस का मतलब भी होता है गुंडे या बदमाश। एक इत्थे मैं होर दस देवां, पहले एक मैंने पढ़ाउणा मिसक्रिएंट्स। मिसक्रिएंट्स तो बाद की आ गया साडे कोले गुंडे या बदमाश। ते इस तो बाद है हुलिगन्स। हुलिगन्स का मतलब भी की आ गया गुंडे या बदमाश। ते फिर किहड़ा है साडे कोले रफियंस। रफियंस का मतलब भी क्या आ गया गुंडे या बदमाश आ गया। सो आज आप इत्थे प्रोग्राम समाप्त कर रहे हैं आपां। ते मैं तुहानू पहला भी करवाया सी कि एक्सप्रैशन हुंदा है कॉल इट अ डे, जिसका मतलब हुंदा है कि आपां अज दा काम समाप्त करिए तां लेट्स कॉल इट अ डे। आओ आप अज दा काम समाप्त करिए, कल आपां मिलांगे। तां तुसीं देखना ना भुलना है प्रोग्राम which starts at 7:30 ਤੇ ਇਹ 8:30 ਵਜੇ ਤੱਕ ਆਪਣਾ ਪ੍ਰੋਗਰਾਮ ਚੱਲਦਾ ਹੈ। ਥੈਂਕ ਯੂ ਵੈਰੀ ਮਚ।